ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਖਾਸ ਤੌਰ ਤੇ ਕੈਨੇਡਾ ਪੀਆਰ ਦੇ ਉੱਪਰ ਗੱਲ ਕਰਾਂਗੇ। ਪਹਿਲਾਂ ਵੀ ਕਈ ਸ਼ੋਅਜ਼ ਆਪਾਂ ਕੈਨੇਡਾ ਪੀਆਰ ਤੇ ਕਰਦੇ ਹਾਂ, ਬਹੁਤ ਸਾਰੇ ਸਵਾਲ ਨੇ, ਤਾਂ ਉੱਥੋਂ ਉਹਨਾਂ ਸਵਾਲਾਂ ਨੂੰ ਸੁਣ ਕੇ ਸਮਝ ਕੇ ਇਹੀ ਲੱਗਦਾ ਕਿ ਇੱਕ ਸ਼ੋਅ ਹੋਰ ਡੈਡੀਕੇਟਲੀ ਸਾਨੂੰ ਕੈਨੇਡਾ ਪੀਆਰ ਤੇ ਕਰਨਾ ਚਾਹੀਦਾ ਤਾਂ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਕਲੀਅਰ ਹੋ ਸਕਣ। ਕੈਨੇਡਾ ਸਟੱਡੀ ਵੀਜ਼ਾ ਦੀ ਵੀ ਗੱਲ ਕਰਾਂਗੇ, ਯੂਕੇ ਸਟੱਡੀ ਵੀਜ਼ਾ ਦੀ ਵੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਤੁਹਾਡੀ ਕਾਲਸ ਵੀ ਸ਼ੋਅ ਦੇ ਵਿੱਚ ਲਵਾਂਗੇ। ਤੇ ਹੁਣ ਵੇਲਾ ਹੈ ਜੀ ਤੁਹਾਡੀ ਮੈਂ ਇੰਟਰੋਡਕਸ਼ਨ ਕਰਾਵਾਂ ਜਿਹੜੇ ਅੱਜ ਦੇ ਮਹਿਮਾਨ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਤੋਂ ਵੀਜ਼ਾ ਐਕਸਪਰਟ ਰਿਤੂ ਬਿਰਲਾ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਸੋ ਆਪਾਂ ਪਹਿਲਾਂ ਵੀ ਜਦੋਂ ਸ਼ੋਅ ਕੀਤੇ ਆ ਕੈਨੇਡਾ ਪੀਆਰ ਨੂੰ ਲੈ ਕੇ, ਹਾਲਾਂਕਿ ਤੁਸੀਂ ਡਿਟੇਲ ਵਿੱਚ ਕਾਫੀ ਇਨਫੋਰਮੇਸ਼ਨ ਦਿੰਦੇ ਹੋ ਸ਼ੋਅ ਦੇ ਜ਼ਰੀਏ, ਪਰ ਫਿਰ ਵੀ ਸਵਾਲ ਬਹੁਤ ਨੇ। ਸੋ ਬੇਸਿਕ ਜਾਣਕਾਰੀ ਤੋਂ ਮੈਂ ਇੱਕ ਵਾਰ ਜ਼ਰੂਰ ਚਾਹੂੰਗੀ ਸ਼ੁਰੂਆਤ ਕਰੀਏ। ਕਾਲਸ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ, ਪਰ ਪਹਿਲੀ ਕਾਲ ਮੈਂ ਹਲੇ ਨਾ ਲੈਂਦੇ ਹੋਏ ਮੈਂ ਜ਼ਰੂਰ ਚਾਹੂੰਗੀ ਕੈਨੇਡਾ ਪੀਆਰ ਦੇ ਉੱਪਰ ਬੇਸਿਕ ਪੁਆਇੰਟਸ ਤੁਸੀਂ ਸ਼ੁਰੂਆਤ ਵਿੱਚ ਜ਼ਰੂਰ ਸਾਂਝੇ ਕਰੋ। ਮੈਮ ਪੀਆਰ ਦੇ ਲਈ ਆਲਵੇਜ਼ ਜਦੋਂ ਪਹਿਲਾਂ ਵੀ ਅਸੀਂ ਸ਼ੋਅ ਕੀਤਾ ਹੈ, ਮੈਂ ਹਮੇਸ਼ਾ ਦੱਸਦੀ ਹਾਂ ਕਿ 5 ਫੈਕਟਰਸ ਜਿਹੜੇ ਹੁੰਦੇ ਆ ਉਹ ਬਹੁਤ ਜ਼ਿਆਦਾ ਕੰਮ ਕਰਦੇ ਆ, ਕਿਉਂਕਿ ਉਹਨਾਂ ਫੈਕਟਰਸ ਤੋਂ ਹੀ ਸਾਡੀ ਜਿਹੜੀ ਪੁਆਇੰਟਸ ਕੈਲਕੂਲੇਸ਼ਨ ਹੈ, ਸਾਡੀ ਫਾਈਲ ਲਾਉਣ ਦਾ ਜੋ ਤਰੀਕਾ ਹੋਏਗਾ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਕਿਹੜੀ ਜਗ੍ਹਾ 'ਤੇ ਅਸੀਂ ਫਾਈਲ ਲਾਣੇ, ਉਹ ਜਿਹੜੇ 5 ਫੈਕਟਰ ਨੇ। ਇੱਕ ਤੁਹਾਡਾ ਹੁੰਦਾ ਹੈ ਏਜ ਤਾਂ ਸਾਨੂੰ ਜਿਹੜੀ ਹੈ 32 ਬਿਲੋ ਚਾਹੀਦੀ ਹੈ ਜੇ ਤੁਹਾਡੇ ਕੋਲ ਕੋਈ ਸਪਾਂਸਰ ਨਹੀਂ ਹੁੰਦੀ। ਇਸ ਤੋਂ ਇਲਾਵਾ ਤੁਸੀਂ 45 ਤੋਂ ਥੱਲੇ ਵੀ ਆਪਣੀ ਫਾਈਲ ਜਿਹੜੀ ਹੈ ਪੀਆਰ ਲਈ ਲਾ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡੀ ਐਜੂਕੇਸ਼ਨ ਬਹੁਤ ਮੈਟਰ ਕਰਦੀ ਹੈ ਕਿ ਤੁਸੀਂ ਕੀ ਕੁਆਲੀਫਿਕੇਸ਼ਨ ਕੀਤੀ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਬਹੁਤ ਜ਼ਿਆਦਾ ਮੈਂਡੇਟਰੀ ਹੈ ਕਿ ਕਿਹੜੇ ਫੀਲਡ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਸ ਫੀਲਡ ਦੀ ਕਿਹੜੀ ਜਗ੍ਹਾ 'ਤੇ ਕੈਨੇਡਾ ਦੇ ਵਿੱਚ ਰਿਕੁਆਇਰਮੈਂਟ ਆ ਰਹੀ ਹੈ। ਇਸ ਤੋਂ ਇਲਾਵਾ ਆਇਲਸ, ਤੁਹਾਨੂੰ ਲੈਂਗੁਏਜ ਜਿਹੜੀ ਹੈ ਉੱਥੇ ਇੰਗਲਿਸ਼ ਜ਼ਿਆਦਾ ਯੂਜ਼ ਹੁੰਦੀ ਹੈ, ਤੁਹਾਨੂੰ ਇੰਗਲਿਸ਼ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਆਇਲਸ ਦੇ ਵਿੱਚ ਜੇ ਤੁਹਾਡੇ 5 ਬੈਂਡ ਵੀ ਹੈਗੇ ਆ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਕੋਈ ਸਪਾਂਸਰ, ਪੰਜਵਾਂ ਜਿਹੜਾ ਪੁਆਇੰਟ ਹੈ, ਸਪਾਂਸਰ ਤੁਹਾਡੇ ਕੋਲ ਕੋਈ ਵੀ ਹੈ, ਕੋਈ ਤੁਹਾਡਾ ਬਲੱਡ ਰਿਲੇਟਿਵ ਕਿਸੇ ਪ੍ਰੋਵਿੰਸ ਦੇ ਵਿੱਚ ਕੈਨੇਡਾ ਵਿੱਚ ਰਹਿ ਰਿਹਾ ਹੈ, ਜਾਂ ਫਿਰ ਤੁਹਾਡਾ ਸਪਾਊਸ ਰਹਿ ਰਿਹਾ ਹੈ, ਜਾਂ ਫਿਰ ਤੁਸੀਂ ਕੋਈ ਜੌਬ ਆਫਰ ਜਾਂ ਤੁਹਾਡੇ ਕੋਲ ਕੋਈ ਕਿਸੇ ਤਰ੍ਹਾਂ ਦੀ ਆਫਰ ਹੈ ਉੱਥੋਂ ਕਿ ਤੁਸੀਂ ਜਾ ਕੇ ਇਹ ਕੰਮ ਕਰਨਾ ਹੈ ਜਾਂ ਇਹ ਤੁਸੀਂ ਅਪਲਾਈ ਕਰਨਾ ਹੈ, ਤੇ ਇਸ ਬੇਸਿਸ ਤੇ ਵੀ ਤੁਸੀਂ ਆਪਣੀ ਜਿਹੜੀ ਪੀਆਰ ਦੀ ਫਾਈਲ ਹੈ, ਆਪਣੀ ਅਸੈਸਮੈਂਟ ਜਿਹੜੀ ਹੈ ਉਹ ਲੈ ਸਕਦੇ ਹੋ ਜੀ। ਸੋ ਚਲੋ ਕਾਲ ਰਿਸੀਵ ਕਰ ਲੈਂਦੇ ਹੁਣ ਪਹਿਲੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੇਰਾ ਹਰਜੀਤ ਸਿੰਘ ਨਾਮ ਹੈ ਜੀ, ਮੈਂ ਰਾਜਪੁਰੇ ਤੋਂ ਗੱਲ ਕਰ ਰਿਹਾ ਜੀ। ਹਾਂਜੀ, ਸਵਾਲ ਕੀ ਹੈ ਤੁਹਾਡਾ? ਮੈਂ ਮੇਰੀ ਨਾ ਵਾਈਫ ਨੇ ਫੈਸ਼ਨ ਡਿਜ਼ਾਈਨਿੰਗ ਚ ਕੀਤਾ ਹੈ ਕੋਰਸ, 2 ਸਾਲ ਦਾ ਐਕਸਪੀਰੀਅੰਸ ਵੀ ਹੈ। ਠੀਕ। ਰਿਗਾਰਡਿੰਗ ਪੁੱਛਣਾ ਸੀ ਪੀਆਰ ਚ ਹੋ ਪਾਏਗਾ? ਓਕੇ, ਹਾਂਜੀ। ਫੈਸ਼ਨ ਡਿਜ਼ਾਈਨਿੰਗ ਜਿਹੜਾ ਪ੍ਰੋਫੈਸ਼ਨ ਹੈ ਇਹ ਇੱਕ ਕੈਟੇਗਰੀ ਹੈ, ਸੈਲਫ ਐਮਪਲੋਇਡ ਕੈਟੇਗਰੀ, ਬਟ ਇਹਦੇ ਲਈ ਕੁਝ ਰੂਲਸ ਰੈਗੂਲੇਸ਼ਨ ਜਿਹੜੇ ਆ ਉਹ ਜ਼ਰੂਰੀ ਹੈ ਸਾਡੇ ਲਈ ਕਿ ਤੁਹਾਡੀ ਇਹਨਾਂ ਦੀ ਜਿਹੜੀ ਵਾਈਫ ਹੈ ਉਹ ਕਿਸੇ ਮੀਡੀਆ ਦੇ ਨਾਲ ਟੱਚ ਦੇ ਵਿੱਚ ਹੈਗੀ ਹੈ, ਕੋਈ ਸੈਲੀਬ੍ਰਿਟੀ ਦੇ ਨਾਲ ਉਹਦਾ ਐਕਸਪੀਰੀਅੰਸ ਹੈ, ਉਹ ਕਿੰਨੇ ਰਨਾਊਂਡ ਨੇ, ਕਿੰਨਾ ਜ਼ਿਆਦਾ ਉਹਨਾਂ ਦਾ ਜਿਹੜਾ ਬ੍ਰਾਂਡ ਹੈ ਉਹ ਪ੍ਰਮੋਟ ਕਰ ਰਹੇ ਨੇ, ਜਿੰਨਾ ਜ਼ਿਆਦਾ ਫੇਮਸ ਪਰਸਨੈਲਿਟੀ ਸੈਲਫ ਐਮਪਲੋਇਡ ਕੈਟੇਗਰੀ ਦੇ ਵਿੱਚ ਅਪਲਾਈ ਕਰਦੀ ਹੈ, ਉਹਨਾਂ ਜ਼ਿਆਦਾ ਜਿਹੜਾ ਹੈ ਉਹਦਾ ਸਕਸੈਸ ਰੇਟ ਹੈ ਉਸ ਦੀ ਫਾਈਲ ਦੇ ਵਿੱਚ ਇੰਪੈਕਟ ਪਾਉਂਦਾ ਹੈ। ਇਸ ਤੋਂ ਇਲਾਵਾ ਜੇ ਇਹਨਾਂ ਨੇ ਕੁਆਲੀਫਿਕੇਸ਼ਨ ਕੀਤੀ ਹੈ, ਫੈਸ਼ਨ ਡਿਜ਼ਾਈਨਿੰਗ ਦਾ ਜਿਹੜਾ ਨੌਕ ਹੈ ਉਹ ਅਸੀਂ ਚੈੱਕ ਕਰਾਂਗੇ ਕਿਹੜੇ ਪ੍ਰੋਵਿੰਸ ਦੇ ਵਿੱਚ ਡਿਮਾਂਡ ਦੇ ਵਿੱਚ ਆ ਰਿਹਾ, ਉੱਧਰ ਵੀ ਆਪਣਾ ਜਿਹੜਾ ਪੀਆਰ ਦੀ ਫਾਈਲ ਹੈ ਉਹ ਲਾ ਸਕਦੇ ਨੇ। ਜੀ ਬਿਲਕੁਲ। ਸੋ ਬਾਕੀ ਅਸੀਂ ਦਰਸ਼ਕਾਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ, ਤੁਹਾਡਾ ਵੀ ਕੋਈ ਸਵਾਲ ਹੈ ਪੀਆਰ ਨੂੰ ਲੈ ਕੇ, ਹਾਲਾਂਕਿ ਅਸੀਂ ਬਾਅਦ ਵਿੱਚ ਸਟੱਡੀ ਵੀਜ਼ਾ ਦੀ ਵੀ ਗੱਲ ਕਰਾਂਗੇ, ਪਰ ਪੀਆਰ ਨੂੰ ਲੈ ਕੇ ਵੀ ਤੁਹਾਡੇ ਕੋਈ ਸਵਾਲ ਹੋਣ ਸ਼ੋਅ ਦੇ ਦੌਰਾਨ ਵੀ ਤੇ ਸ਼ੋਅ ਤੋਂ ਬਾਅਦ ਵੀ, ਜਿਹੜਾ ਨੰਬਰ ਡਿਸਪਲੇ ਕੀਤਾ ਹੋਇਆ ਇਸ ਉੱਪਰ ਤੁਸੀਂ ਕਾਲ ਕਰਕੇ ਸਹੀ ਸਲਾਹ ਜ਼ਰੂਰ ਲੈ ਸਕਦੇ ਹੋ। ਸੋ ਚਲੋ, ਤੁਸੀਂ ਪਹਿਲਾਂ ਬੇਸਿਕ ਪੁਆਇੰਟ ਜ਼ਰੂਰ ਦੱਸੇ ਨੇ ਤੇ ਮੈਨੂੰ ਉਮੀਦ ਹੈ ਦਰਸ਼ਕ ਸਾਰੇ ਇਹਨਾਂ ਬੇਸਿਕ ਪੁਆਇੰਟਸ ਨੂੰ ਧਿਆਨ ਵਿੱਚ ਰੱਖਣਗੇ। ਗੱਲ ਮੈਂ ਕਰਨ ਜਾ ਰਹੀ ਸੀ ਕਿਹੜੀਆਂ ਗਲਤੀਆਂ ਪੀਆਰ ਵੇਲੇ ਕਰ ਜਾਂਦੇ ਨੇ, ਪਰ ਅਗਲੀ ਪਹਿਲਾਂ ਅਸੀਂ ਕਾਲ ਰਿਸੀਵ ਕਰ ਲੈਂਦੇ ਹਾਂ। ਹੈਲੋ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਲੁਧਿਆਣਾ ਤੋਂ ਗੱਲ ਕਰ ਰਿਹਾ ਜੀ। ਹਾਂਜੀ, ਦੀਪਕ ਹੈ ਜੀ ਮੇਰਾ ਨਾਮ, ਤੇ ਮੈਂ ਨਾ ਆਪਣੇ ਬੇਟੇ ਦੇ ਵੀਜ਼ਾ ਵਾਸਤੇ ਪਤਾ ਕਰਨਾ ਵੀ। ਓਕੇ, ਪ੍ਰੋਫਾਈਲ ਦੱਸ ਦਿਓ ਪਹਿਲਾਂ। ਉਹਨੇ ਨਾ 10+2 ਕੀਤੀ ਹੈ 2021 ਦੇ ਵਿੱਚ। ਠੀਕ ਹੈ। ਤੇ ਉਹਨੇ ਅਕੈਡਮਿਕ ਆਈਲੈਟਸ ਕੀਤਾ, ਇੱਕ ਮੋਡਿਊਲ ਦੇ ਵਿੱਚ 5.5 ਨੇ ਜੀ, ਬਾਕੀਆਂ ਚ 6 ਨੇ। ਓਕੇ, ਅਕੈਡਮਿਕ ਕਿਹੜੀ ਸਟਰੀਮ ਦੇ ਵਿੱਚ ਕੀਤੀ ਹੈ? ਸਟੂਡੈਂਟ ਵੀਜ਼ਾ ਕਿਆ ਮਤਲਬ ਕੋਈ ਰਿਜੈਕਸ਼ਨ ਦੇ ਚਾਂਸ ਹੈਗੇ ਨੇ ਜਾਂ ਮਤਲਬ ਹੋ ਸਕਦਾ ਕਿਆ ਹੈਗਾ 2021 ਤੋਂ ਬਾਅਦ 2 ਸਾਲ ਦਾ? ਜੀ। ਇਹ ਕਿਹੜੀ ਕੰਟਰੀ ਲਈ ਅਪਲਾਈ ਕਰਨਾ ਹੈ ਸਰ ਤੁਸੀਂ? ਕੈਨੇਡਾ ਕੈਨੇਡਾ ਲਈ। ਓਕੇ,
ਤੇ ਕੈਨੇਡਾ ਦੇ ਵਿੱਚ ਜਿਵੇਂ ਗੱਲ ਕਰੀਏ ਇਹ ਕੋਈ ਮੈਂਡੇਟਰੀ ਨਹੀਂ ਹੈ ਕਿ ਤੁਹਾਡੇ 6 ਈਚ ਹੀ ਆਣਗੇ ਤਾਂ ਹੀ ਤੁਸੀਂ ਅਪਲਾਈ ਕਰ ਸਕਦੇ ਹੋ। देयर आर 2 ਮੋਰ ਕੈਟਾਗਰੀਜ਼ ਟੂ ਅਪਲਾਈ। ਇੱਕ ਇਹਨਾਂ ਦੇ ਵਿੱਚ SDS ਕੈਟਾਗਰੀ ਹੈ ਜਿਹਦੇ ਵਿੱਚ 6 ਈਚ ਦੀ ਰਿਕੁਆਇਰਮੈਂਟ ਆਉਂਦੀ ਹੈ। ਇਸ ਤੋਂ ਇਲਾਵਾ ਜਰਨਲ ਕੈਟਾਗਰੀ ਹੈ, ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਵੀ ਕੈਟਾਗਰੀ ਆਉਂਦੀ ਹੈ। ਜੇ ਬੱਚੇ ਨੂੰ ਐਡਮਿਸ਼ਨ ਜਿਹੜੀ ਹੈ ਯੂਨੀਵਰਸਿਟੀ ਵਿੱਚ ਮਿਲ ਜਾਂਦਾ ਹੈ 21 ਤੋਂ ਬਾਅਦ ਜਿਹੜਾ ਗੈਪ ਇਹ ਦੱਸ ਰਹੇ ਨੇ, ਗੈਪ ਦੇ ਵਿੱਚ ਬੱਚੇ ਨੇ ਕੁਝ ਤਾਂ ਕੀਤਾ ਹੀ ਹੋਣਾ ਹੈ, ਜਿਵੇਂ ਬੱਚਾ ਆਇਲਸ ਅਪਲਾਈ ਕਰ ਰਿਹਾ ਹੁੰਦਾ ਹੈ, ਆਇਲਸ ਦੀ ਕੋਚਿੰਗ ਲੈ ਰਿਹਾ ਹੁੰਦਾ ਹੈ, ਜਾਂ ਫਿਰ ਬੱਚੇ ਨੇ ਪੇਪਰ ਦਿੱਤਾ ਹੁੰਦਾ ਹੈ, ਜਾਂ ਫਿਰ ਉਹਨੇ ਆਫਰ ਲੈਟਰ ਵੀ ਮੰਗਾਈ ਹੁੰਦੀ ਹੈ, ਬਟ ਡਿਊ ਟੂ ਇਨਟੇਕ ਅਵੇਲੇਬਿਲਿਟੀ ਬੱਚੇ ਦਾ ਜਿਹੜਾ ਗੈਪ ਹੈ ਬਾਈ ਚਾਂਸ ਕੋਇਨਸੀਡੈਂਸ ਨਾਲ ਵੀ ਪੈ ਜਾਂਦਾ ਹੈ। ਤੇ ਐਦਾਂ ਦੇ ਬੱਚਿਆਂ ਨੂੰ ਪ੍ਰੋਫਾਈਲ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਬਟ ਜੇ ਤੁਸੀਂ ਜਸਟੀਫਾਈ ਕਰਦੇ ਹੋ ਆਪਣੀ ਫਾਈਲ ਦੇ ਵਿੱਚ, SOP ਦੇ ਵਿੱਚ, ਕਵਰਿੰਗ ਦੇ ਵਿੱਚ ਕਿ ਤੁਸੀਂ ਕਿਸ ਕਰਕੇ ਜਿਹੜਾ ਗੈਪ ਹੈ ਪੈ ਗਿਆ ਹੈ, ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫੈਕਟਰਸ ਨੇ ਸਾਨੂੰ ਜਿਹੜੇ ਚੈੱਕ ਕਰਨੇ ਹੁੰਦੇ ਕਿ ਬੱਚੇ ਦਾ ਜਿਹੜਾ ਕੋਰਸ ਹੈ ਉਹ ਉਹਦੀ ਸਟੱਡੀਜ਼ ਨਾਲ ਰਿਲੇਵੈਂਟ ਹੈ ਕਿ ਨਹੀਂ ਹੈ। ਇਹ ਬਹੁਤ ਸਾਰੇ ਫੈਕਟਰਸ ਹੁੰਦੇ, ਧਿਆਨ ਰੱਖ ਕੇ ਹੀ ਤੁਹਾਡੀ ਜਿਹੜੀ ਫਾਈਲ ਹੈ ਉਹ ਅਪਲਾਈ ਕੀਤੀ ਜਾਂਦੀ ਹੈ। ਤੇ ਇਹ ਬਿਲਕੁਲ ਵੀ ਨਹੀਂ ਹੈ ਕਿ ਵੀਜ਼ਾ ਨਹੀਂ ਆਊਗਾ। ਜੇ ਬੱਚੇ ਦਾ ਕੁਆਲੀਫਿਕੇਸ਼ਨ ਵਧੀਆ ਹੈ, ਜੇ ਬੱਚੇ ਦਾ ਵਧੀਆ ਪ੍ਰੋਫਾਈਲ ਹੋਏਗਾ ਤੇ ਉਹਨਾਂ ਨੂੰ ਵੀਜ਼ਾ ਜ਼ਰੂਰ ਮਿਲੇਗਾ। ਜੀ ਬਿਲਕੁਲ। ਸੋ ਇਸ ਲਈ ਇੱਕ ਚੰਗੇ ਕੰਸਲਟੈਂਟ ਦੀ ਚੋਣ ਕਰਨੀ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਡੀ ਪ੍ਰੋਫਾਈਲ ਦੇ ਨਾਲ ਸਹੀ ਮੈਚ ਕਰਦੇ ਹੋਏ, ਸਹੀ ਆਪਸ਼ਨਸ ਤੁਹਾਨੂੰ ਦਿੰਦੇ ਹੋਏ ਅੱਗੇ ਤੁਹਾਡੀ ਫਾਈਲਿੰਗ ਦਾ ਪੂਰਾ ਸਹੀ ਕੰਮ ਹੋਵੇ ਤੇ ਟਾਈਮਲੀ ਤੁਹਾਡਾ ਸਟੱਡੀ ਵੀਜ਼ਾ ਤੁਹਾਡੇ ਕੋਲ ਹੋਵੇ। ਕੈਨੇਡਾ PR ਦੀ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਮੈਂ ਗੱਲ ਕੀਤੀ ਸੀ ਬੇਸਿਕ ਪੁਆਇੰਟ ਤੁਸੀਂ ਦੱਸੇ ਨੇ, ਪਰ ਕਿਹੜੀਆਂ ਗਲਤੀਆਂ ਆਮ ਤੌਰ ਤੇ ਲੋਕ ਕਰ ਜਾਂਦੇ ਨੇ ਜਦੋਂ PR ਪ੍ਰੋਸੈਸ ਕਰਵਾਉਂਦੇ ਆ ਆਪਣੀ? PR ਦੇ ਵਿੱਚ ਮੈਮ ਸਭ ਤੋਂ ਪਹਿਲਾਂ ਨਾ ਇਹ ਸਾਨੂੰ ਜਾਣਨਾ ਬਹੁਤ ਜ਼ਰੂਰੀ ਹੈ, ਟੈਕਨੀਕਲ ਅਸੈਸਮੈਂਟ ਜਿਹਨੂੰ ਕਹਿੰਦੇ ਆ। ਸਾਡੀ ਜਿਹੜੀ ਟੀਮ ਹੈ ਉਹ ਬਹੁਤ ਹੀ ਚੰਗੇ ਤਰੀਕੇ ਨਾਲ ਸਾਡੇ ਪੈਨਲ ਤੇ ਮੈਂਬਰਸ ਨੇ ਜਿਹੜੇ ਤੁਹਾਨੂੰ ਤੁਹਾਡੀ ਅਸੈਸਮੈਂਟ ਜਿਹੜੀ ਹੈ ਉਹ ਕਰਕੇ ਦਿੰਦੇ ਆ। ਅਸੈਸਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਪ੍ਰੋਫੈਸ਼ਨ ਕਿੱਥੇ ਡਿਮਾਂਡ ਦੇ ਵਿੱਚ ਹੈ ਤੇ ਤੁਹਾਡੇ ਕਿੰਨੇ ਪੁਆਇੰਟਸ ਬਣ ਰਹੇ ਨੇ, ਕਿੱਥੇ ਤੁਸੀਂ ਕੁਆਲੀਫਾਈ ਕਰ ਰਹੇ ਹੋ। ਤੇ ਰੈਂਡਮਲੀ ਅਪਲਾਈ ਨਹੀਂ ਕਰਨਾ ਚਾਹੀਦਾ ਹੈ ਕਿ ਜੀ ਮੈਂ ਐਕਸਪ੍ਰੈਸ ਦੇ ਵਿੱਚ ਪਾ ਰਿਹਾ ਪਰ ਸਕੋਰ ਜਿਹੜਾ ਹੈ ਉਹ 400 ਤੋਂ ਬਹੁਤ ਥੱਲੇ ਹੈ। ਯੂ ਆਰ ਓਨਲੀ ਗ੍ਰੈਜੂਏਟ, ਯੂ ਹੈਵ ਨਾਟ ਡਨ ਮਾਸਟਰਸ, ਬਟ ਤੁਸੀਂ ਬਿਨਾਂ ਕਿਸੇ ਸਪਾਂਸਰ ਦੇ ਫਾਈਲ ਲਾ ਰਹੇ ਹੋ ਐਕਸਪ੍ਰੈਸ ਦੇ ਵਿੱਚ, ਉਹ ਕਦੇ ਵੀ ਨਹੀਂ ਪਿਕ ਹੋਏਗੀ। ਤੇ ਹੋਰ ਬੜੇ ਪ੍ਰੋਫੈਸ਼ਨ ਨੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਇੰਡੀਆ ਦੇ ਵਿੱਚ ਹੋਣ ਤੇ ਨਾਲ ਨਾਲ ਤੁਹਾਡੀ ਕੈਨੇਡਾ ਦੇ ਵਿੱਚ ਹੋਏਗੀ ਤਾਂ ਤੁਸੀਂ ਡਰਾਅ ਦੇ ਵਿੱਚ ਆਉਂਦੇ ਹੋ। ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀ ਇੱਥੇ ਕਰਨੀ ਬਹੁਤ ਮੁਸ਼ਕਿਲ ਹੈ। ਤੁਸੀਂ 1-to-1 ਕਾਉਂਸਲਿੰਗ ਦੇ ਲਈ ਸਾਡੇ ਆਫਿਸ ਵਿਜ਼ਿਟ ਕਰੋ, ਸਾਡੇ ਜਿਹੜੇ ਐਕਸਪਰਟ ਨੇ ਉਹ ਤੁਹਾਨੂੰ ਜ਼ਰੂਰ ਇਸ ਬਾਰੇ ਦੱਸਣਗੇ। ਜੀ ਬਿਲਕੁਲ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ, ਮੈਂ ਹਰਿਆਣਾ ਤੋਂ ਗੱਲ ਕਰ ਰਹੀ ਹਾਂ, ਕਰਨਾਲ ਤੋਂ। ਮੇਰਾ ਨਾਮ ਮੀਨਾ ਹੈ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਹੁਣੀ 12th ਕੀਤੀ ਹੈ ਕਾਮਰਸ ਵਿਦ ਮੈਥਸ ਤੇ ਮੈਂ ਆਸਟ੍ਰੇਲੀਆ ਜਾਣਾ ਚਾਹੁੰਦੀ ਹਾਂ ਸਟੱਡੀ ਵੀਜ਼ਾ ਤੇ ਮੈਨੂੰ ਗਾਈਡੈਂਸ ਦਿਓ ਕਿ ਮੈਨੂੰ ਕਿੰਨੇ ਬੈਂਕ ਸਕੂਲ ਚਾਹੀਦੇ ਆ ਕਿ ਮੈਂ ਜਾ ਸਕਾਂ ਈਜ਼ੀਲੀ। ਮੈਨੂੰ ਥੋੜੀ ਗਾਈਡੈਂਸ ਚਾਹੀਦੀ ਹੈ। ਓਕੇ, ਹਾਂਜੀ। ਫॉर ਆਸਟ੍ਰੇਲੀਆ ਸਟੂਡੈਂਟ ਵੀਜ਼ਾ 6 ਓਵਰਆਲ ਬੈਂਡ ਤੁਹਾਨੂੰ ਰਿਕੁਆਇਰਡ ਨੇ। ਉਸ ਤੋਂ ਇਲਾਵਾ ਇੱਕ ਮੋਡਿਊਲ ਦੇ ਵਿੱਚ ਜੇ 5.5 ਵੀ ਆਉਂਦੇ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਬਟ ਇੱਕ ਹੋਰ ਗੱਲ ਜਿਹੜੀ ਹੈ ਆਪਾਂ ਨੂੰ ਇੱਥੇ ਸਾਂਝੀ ਕਰਨੀ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਦੇ ਵਿੱਚ ਇੱਕ ਤਾਂ ਘੱਟੋ ਘੱਟ ਗੈਪ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਿੰਨਾ ਜ਼ਿਆਦਾ ਗੈਪ ਹੋਏਗਾ ਬੱਚੇ ਦੀ GT ਅਪਰੂਵਲ ਦੇ ਵਿੱਚ ਓਨੀ ਜ਼ਿਆਦਾ ਪ੍ਰੋਬਲਮ ਆਏਗੀ। ਇਸ ਤੋਂ ਇਲਾਵਾ ਉਹਦੀ ਐਜੂਕੇਸ਼ਨ ਜਿਹੜੀ ਹੈ ਉਹ ਰੈਲੇਵੈਂਸ ਹੋਣੀ ਬਹੁਤ ਇੰਪੋਰਟੈਂਟ ਹੈ। ਤੇ ਆਰਟ ਸਟੂਡੈਂਟ ਦਾ ਜਿਹੜਾ ਹੈਗਾ ਜਿਹੜਾ ਰੁਝਾਨ ਹੈ ਐਮਬੈਸੀ ਦਾ ਉਹ ਬਹੁਤ ਹੀ ਘੱਟ ਦੇਖਿਆ ਜਾ ਰਿਹਾ ਹੈ ਕਿ ਵੀਜ਼ਾ ਸਕਸੈਸ ਰੇਟ ਜਿਹੜਾ ਬਹੁਤ ਘੱਟ ਆਉਂਦਾ ਹੈ। ਬਿਕੋਜ਼ ਉਸ ਤੋਂ ਰੈਲੇਵੈਂਟ ਜਿਹੜੇ ਕੋਰਸ ਨੇ ਜਾਂ ਤਾਂ ਤੁਹਾਡੇ ਕੋਲ ਆਲਰੇਡੀ ਉਸ ਤੋਂ ਰੈਲੇਵੈਂਟ ਇੰਡੀਆ 'ਚ ਤੁਸੀਂ ਕੋਈ ਅਰਲੀ ਚਾਈਲਡਹੁੱਡ ਦਾ ਕੋਰਸ ਕੀਤਾ ਹੈ ਜਾਂ ਫਿਰ ਤੁਸੀਂ ਹੌਸਪਿਟੈਲਿਟੀ ਦਾ 1 ਸਾਲ ਦਾ ਡਿਪਲੋਮਾ ਜਾਂ 2 ਸਾਲ ਦਾ ਡਿਪਲੋਮਾ ਕੀਤਾ ਹੈ, ਫਿਰ ਤੁਸੀਂ ਡਿਗਰੀ ਅਪਲਾਈ ਕਰੋ, ਦੈਨ ਵੀ ਕੈਨ ਗੈਟ ਵੀਜ਼ਾ ਔਨ ਆਰਟਸ ਪ੍ਰੋਫਾਈਲ। ਇਸ ਤੋਂ ਇਲਾਵਾ ਕਮਰਸ, ਨਾਨ ਮੈਡੀਕਲ ਬੱਚਿਆਂ ਨੂੰ ਬਹੁਤ ਵਧੀਆ ਜਿਹੜਾ ਰਿਜ਼ਲਟ ਹੈ ਉਹ ਐਮਬੈਸੀ ਵੱਲੋਂ ਆ ਰਿਹਾ ਹੈ। ਜੀ ਬਿਲਕੁਲ। ਸੋ ਜ਼ਰੂਰ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖੋ ਤੇ ਬਾਕੀ ਬਾਰ-ਬਾਰ ਮੈਂ ਇਸ ਲਈ ਕਹਿ ਰਹੀ ਹਾਂ ਨੰਬਰ ਡਿਸਪਲੇ ਹੈ, ਸ਼ੋਅ ਦੇ ਦੌਰਾਨ ਵੀ ਕਾਲ ਕਰ ਸਕਦੇ ਹੋ। ਇਨ ਕੇਸ ਤੁਹਾਡਾ ਨੰਬਰ ਨਹੀਂ ਲੱਗ ਪਾ ਰਿਹਾ ਤਾਂ ਵੀ ਤੁਸੀਂ ਸ਼ੋਅ ਤੋਂ ਬਾਅਦ ਵੀ ਸੇਮ ਇਸੇ ਨੰਬਰ ਤੇ ਕਾਲ ਕਰਕੇ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਜਿਵੇਂ ਆਪਾਂ ਹਰ ਗੱਲ, ਚਾਹੇ ਆਪਾਂ ਸਟੱਡੀ ਵੀਜ਼ਾ ਦੀ ਗੱਲ ਕਰੀਏ ਚਾਹੇ ਆਪਾਂ PR ਦੀ ਗੱਲ ਕਰਦੇ ਹਾਂ, ਅਸੈਸਮੈਂਟ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਤੇ ਕੈਨੇਡਾ PR ਦੇ ਵਿੱਚ ਜਦੋਂ ਤੁਸੀਂ ਅਲੱਗ-ਅਲੱਗ ਆਪਸ਼ਨਸ ਜਦੋਂ ਦੱਸਦੇ ਹੋ, ਕਈ ਆਪਣੇ ਵੱਲੋਂ ਹੀ ਮਨ ਬਣਾ ਲੈਂਦੇ ਨੇ ਕਿ ਅਸੀਂ ਇਸ ਆਪਸ਼ਨ ਤੇ ਅੱਗੇ ਤੁਰਨਾ ਚਾਹੁੰਦੇ ਹਾਂ, ਤੇ ਕਿਵੇਂ ਉਹਨਾਂ ਨੂੰ ਆਪਣਾ ਸਹੀ ਰਸਤਾ ਚੁਣਨਾ ਚਾਹੀਦਾ ਹੈ? ਮੈਮ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਸਾਡੇ ਕੋਲ ਕੋਈ ਵੀ ਕੈਂਡੀਡੇਟ ਅਪਲਾਈ ਕਰਦਾ ਹੈ ਵੀ ਗਿਵ them ਟੈਕਨੀਕਲ ਅਸੈਸਮੈਂਟ। ਟੈਕਨੀਕਲ ਅਸੈਸਮੈਂਟ ਨੂੰ ਆਉਣ ਨੂੰ 3 ਦਿਨ ਲੱਗ ਜਾਂਦੇ ਹੈ, ਜਿਹਦੇ ਵਿੱਚ ਬਿਕੋਜ਼ ਸਾਡੀ ਕੈਨੇਡਾ ਦੀ ਟੀਮ ਵੀ ਇਨਵੋਲਵ ਹੁੰਦੀ ਹੈ। ਟੈਕਨੀਕਲ ਅਸੈਸਮੈਂਟ ਦੇ ਵਿੱਚ ਵੀ ਪ੍ਰੋਵਾਈਡ ਯੂ ਐਵਰੀਥਿੰਗ, ਕਿਵੇਂ ਤੁਹਾਡਾ ਪ੍ਰੋਸੈਸ ਹੋਏਗਾ, ਪ੍ਰੋਸੈਸਿੰਗ ਦਾ ਟਾਈਮ ਕਿੰਨਾ ਹੋਏਗਾ, ਕੰਪਨੀ ਤੁਹਾਨੂੰ ਕਿੱਥੇ ਹੈਲਪ ਕਰ ਰਹੀ ਹੈ, ਤੇ ਲਾਇਰ ਤੁਹਾਡੇ ਨਾਲ ਕੀ ਤੁਹਾਡੀ ਫਾਈਲ ਨੂੰ ਕਿਵੇਂ ਰਿਪਰੈਜ਼ੈਂਟ ਕਰੂਗਾ, ਤੇ ਕਿਹੜੇ ਪ੍ਰੋਵਿੰਸ ਦੇ ਵਿੱਚ ਤੁਹਾਡਾ ਜਿਹੜਾ ਨੋਕ ਹੈ ਉਹ ਡਿਮਾਂਡ ਦੇ ਵਿੱਚ ਹੈ। ਸਮ ਟਾਈਮ ਪਾਰਟਿਕੂਲਰ ਨੋਕ ਜਿਹੜਾ ਪ੍ਰੋਫੈਸ਼ਨ ਦੇ ਨਾਲ ਮੈਚ ਨਹੀਂ ਕਰਦਾ ਇੱਕ
ਐਪਲੀਕੈਂਟ ਦੇ, ਬਟ ਕਿਉਂਕਿ ਜੌਬ ਰਿਸਪੌਂਸਿਬਿਲਿਟੀ ਜਿਹੜੀ ਇੰਡੀਆ ਦੀ ਹੁੰਦੀ ਹੈ ਤੇ ਕੈਨੇਡਾ ਦੀ ਹੁੰਦੀ ਹੈ ਉਹ ਮੈਚ ਕਰਦਾ, ਇਸ ਕਰਕੇ ਜਿਹੜਾ ਨੌਕ ਹੈ ਉਹ ਡਿਸਾਈਡ ਹੁੰਦਾ ਹੈ। ਜਿਵੇਂ ਇੱਕ ਫੋਰ ਐਨ ਐਗਜ਼ਾਮਪਲ ਅਸੀਂ ਗੱਲ ਕਰਦੇ ਹਾਂ, ਇੱਕ ਸਿਵਲ ਇੰਜੀਨੀਅਰਿੰਗ ਦੇ ਬੱਚੇ ਨੇ ਫੋਰਨ ਦੇ ਵਿੱਚ ਜਾ ਕੇ ਦੁਬਈ ਦੇ ਵਿੱਚ ਜਾ ਕੇ ਕੋਈ ਕੰਮ ਕਰ ਲਿਆ ਤੇ ਉੱਥੇ ਜਾ ਕੇ ਉਹਦਾ ਜਿਹੜਾ ਨੋਕ ਹੈ ਉਹ ਇੰਜੀਨੀਅਰ ਦਾ ਨਹੀਂ ਬਣ ਰਿਹਾ, ਬਿਕੋਜ਼ ਉਹਦੀ ਜਿਹੜੀ ਜੌਬ ਰਿਸਪੌਂਸਿਬਿਲਿਟੀ ਹੈ ਦੈਟ ਇਜ਼ ਡਿਫਰੈਂਟ। ਤੇ ਇੱਥੇ ਕੈਨੇਡਾ ਦੇ ਵਿੱਚ ਪਹਿਲਾਂ ਅਸੀਂ ਨੋਕ ਚੈੱਕ ਕਰਦੇ ਹਾਂ ਕਿ ਉਹ ਤੁਹਾਡੀ ਰੈਲੇਵੈਂਸੀ ਜੌਬ ਰਿਸਪੌਂਸਿਬਿਲਿਟੀ ਦੇ ਨਾਲ ਕਿਹੜੀ ਬਣਦੀ ਹੈ, ਤੇ ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਕੇਸ ਹੈ ਅਸੀਂ ਰਿਪਰੈਜ਼ੈਂਟ ਕਰਦੇ ਹਾਂ ਕਿ ਕਿਹੜੇ ਪ੍ਰੋਵਿੰਸ ਦੇ ਵਿੱਚ ਲਾਣਾ ਹੈ। ਜੀ 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 ਬਿਲਕੁਲ। ਅਗਲੇ ਕਾਲਰ ਵੀ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ ਮੈਮ, ਗੁੱਡ ਮਾਰਨਿੰਗ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਮੈਮ, ਮੈਂ ਸੰਗਰੂਰ ਤੋਂ ਗੱਲ ਕਰ ਰਿਹਾ ਜੀ, ਅਰੁਣ ਜੀ। ਹਾਂਜੀ, ਕੀ ਸਵਾਲ ਹੈ? ਮੈਂ ਪਲੱਸ 2 ਕੀਤੀ ਹੋਈ ਹੈ ਤੇ ਮੈਂ ਆਪਣੇ ਬਾਰੇ ਪੁੱਛਣਾ ਸੀਗਾ ਮੈਡਮ। 2021 ਦੇ ਵਿੱਚ ਮੇਰਾ ਕੰਪਲੀਟ ਹੈ ਤੇ ਅੱਗੇ ਮੈਡਮ ਮੇਰਾ ਕੀ ਹੋ ਸਕਦਾ ਆ? ਤੁਸੀਂ ਮਿਲ ਸਕਦੀ ਹੈ, ਵਰਕ ਮਿਲ ਸਕਦਾ ਹੈ, ਸਟੱਡੀ ਮਿਲ ਸਕਦੀ ਹੈ? ਓਕੇ, ਹਾਂਜੀ। ਡਿਪੈਂਡ ਕਰਦਾ ਹੈ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਹੈ 2021 ਤੋਂ ਬਾਅਦ ਤੁਸੀਂ ਕੀ ਕੀਤਾ ਹੈ। ਜੇ ਤਾਂ ਤੁਸੀਂ ਸਟੂਡੈਂਟ ਹੀ ਰਹੇ ਹੋ। ਹਾਂਜੀ, ਕੀਤਾ ਨਹੀਂ ਮੈਮ, ਮੇਰਾ ਨਾ 1 ਸਾਲ ਬਸ ਇਦਾਂ ਜੌਬ ਲੱਭਣ ਦੇ ਵਿੱਚ ਹੀ ਨਿਕਲ ਗਿਆ, ਔਰ ਮੈਂ ਆਈਲੈਟਸ ਕੀਤੀ ਆਈ ਆ। 5.5 ਬੈਂਡ ਨੇ ਮੇਰੇ। ਓਕੇ, 5.5 ਬੈਂਡ। ਇਹ ਜਰਨਲ ਦੇ ਵਿੱਚ ਨੇ ਕਿ ਅਕੈਡਮਿਕ ਦੇ ਵਿੱਚ ਨੇ? ਮੈਮ ਜਰਨਲ ਦੇ ਵਿੱਚ। ਜਰਨਲ ਦੇ ਵਿੱਚ। ਇਹਦਾ ਮਤਲਬ ਤਾਂ ਸਾਫ਼ ਹੈ ਕਿ ਤੁਸੀਂ ਪਹਿਲਾਂ ਹੀ ਵਰਕ ਪਰਮਿਟ ਬਾਰੇ ਸੋਚਿਆ ਹੋਇਆ, ਇਸ ਕਰਕੇ ਤੁਸੀਂ ਜਰਨਲ ਦੇ ਵਿੱਚ ਆਇਲਸ ਕੀਤੀ ਹੈ। ਤੇ ਇਸ ਤੋਂ ਇਲਾਵਾ ਤੁਹਾਡਾ ਕੋਈ ਬੈਕਗਰਾਉਂਡ ਹੋਵੇ, ਜਿਵੇਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਖੇਤੀ ਦਾ ਕੰਮ ਹੋਵੇ, ਐਗਰੀਕਲਚਰ ਦਾ ਹੋਵੇ, ਜਾਂ ਫਿਰ ਤੁਸੀਂ ਕੋਈ ਹੋਰ ਕੰਮ ਸਾਈਡ ਬਾਈ ਸਾਈਡ ਕਰ ਰਹੇ ਹੋ, ਤਾਂ ਮਿਨੀਮਮ ਸਾਨੂੰ 2 ਇਅਰਸ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਰਿਕਵਾਇਰਡ ਹੁੰਦਾ ਹੈ ਜਸਟ ਟੂ ਜਸਟੀਫਾਈ ਯੂਅਰ ਪ੍ਰੋਫਾਈਲ ਫॉर ਵਰਕ ਪਰਮਿਟ। ਇਟ ਡਜ਼ਨਟ ਮੈਟਰ ਕਿ ਤੁਹਾਡਾ ਜਿਹੜਾ ਗੈਪ ਕਿੰਨਾ ਹੋ ਗਿਆ, ਬਟ ਇਫ ਯੂ ਆਰ ਵਰਕਿੰਗ ਸੇਮ ਵਿਦ ਯੂਅਰ ਪ੍ਰੋਫਾਈਲ ਕਿ ਤੁਸੀਂ 21 ਦੇ ਵਿੱਚ ਪਾਸ ਕੀਤੀ ਹੈ, ਉਸ ਤੋਂ ਬਾਅਦ ਤੁਸੀਂ ਕੰਮ ਸਟਾਰਟ ਕਰਤਾ, ਕੁਝ ਸਰਟੀਫਿਕੇਸ਼ਨ ਤੁਸੀਂ ਕੀਤੀ ਹੈ, ਨਾਲ ਦੇ ਨਾਲ ਤੁਸੀਂ ਆਪਣਾ ਆਇਲਸ ਵੀ ਅਪੇਅਰ ਕਰ ਲਿਆ। ਸਾਡੇ ਕੋਲ ਬਹੁਤ ਜ਼ਿਆਦਾ ਸਪਾਂਸਰਸ ਅਵੇਲੇਬਲ ਨੇ ਕੈਨੇਡਾ ਦੇ ਵਿੱਚ, ਜਿਹਦੇ ਵਿੱਚ ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਕੇ ਆਪਣੀ ਫਾਈਲ ਜਿਹੜੀ ਹੈ ਕੈਨੇਡਾ ਦੇ ਵਿੱਚ ਕੁਆਲੀਫਾਈ ਕਰਕੇ ਆਪਣਾ ਵੀਜ਼ਾ ਸਿਕਿਉਰ ਕਰ ਸਕਦੇ ਹੋ। ਜੀ ਬਿਲਕੁਲ, ਬਹੁਤ ਬਹੁਤ ਥੈਂਕਸ ਜੀ ਸ਼ੋਅ ਵਿੱਚ ਕਾਲ ਕਰਨ ਲਈ। ਤੇ ਅੱਗੋਂ ਆਪਾਂ ਜਿਵੇਂ ਗੱਲ ਕਰ ਰਹੇ ਸੀ, ਤੁਸੀਂ ਅਸੈਸਮੈਂਟ ਨੂੰ ਲੈ ਕੇ ਪੁਆਇੰਟ ਕਲੀਅਰ ਕਰ ਰਹੇ ਸੀ ਕਿ ਕਿਉਂ ਜ਼ਰੂਰੀ ਹੈ ਅਸੈਸਮੈਂਟ। ਇਸ ਲਈ ਜਿਵੇਂ ਹੁਣੇ ਮੈਂ ਪ੍ਰੋਫਾਈਲ ਦੀ ਗੱਲ ਕਰਾਂ, ਪਲੱਸ 2 ਇਹਨਾਂ ਨੇ ਕੀਤੀ ਹੈ 2021 ਵਿੱਚ, ਤੇ ਹੁਣੇ ਤੋਂ ਜਿਵੇਂ ਮਾਈਂਡ ਬਣਾ ਕੇ ਚੱਲ ਰਹੇ ਨੇ, ਬਾਕੀ ਸਟੂਡੈਂਟਸ ਵੀ ਜਿਹੜੇ ਨੇ ਕੀ ਇਸੇ ਤਰੀਕੇ ਨਾਲ PR ਦੇ ਪ੍ਰੋਸੈਸ ਵੱਲ ਵੱਧ ਸਕਦੇ ਨੇ? ਬਿਲਕੁਲ ਮੈਮ, ਬਟ ਉਹੀ ਗੱਲ ਆਉਂਦੀ ਹੈ ਕਿ ਸਹੀ ਕੰਸਲਟੈਂਟ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰੀ ਗਲਤ ਪਾਸੇ ਵੀ ਬੱਚੇ ਨੂੰ ਪਾ ਦਿੱਤਾ ਜਾਂਦਾ ਹੈ, ਉਹਨੂੰ ਨਹੀਂ ਇਨਫੋਰਮੇਸ਼ਨ ਹੁੰਦੀ, ਬਿਕੋਜ਼ ਪਲੱਸ 2 ਇਜ਼ ਅ ਵੈਰੀ ਬੇਸਿਕ ਜਿਹੜੀ ਕੁਆਲੀਫਿਕੇਸ਼ਨ ਹੁੰਦੀ ਹੈ। ਮੈਂ ਤਾਂ ਰეკਮੈਂਡ ਕਰਾਂਗੀ ਕਿ ਸਭ ਤੋਂ ਪਹਿਲਾਂ ਸਾਨੂੰ ਇੰਡੀਆ ਦੇ ਵਿੱਚ ਐਕਸਪੀਰੀਅੰਸ ਹੋਣਾ ਬਹੁਤ ਮੈਂਡੇਟਰੀ ਹੈ, ਬਟ ਜੇ ਤੁਹਾਡਾ ਸਕੋਰ ਉੱਪਰ ਨਹੀਂ ਜਾ ਰਿਹਾ ਤੇ ਤੁਹਾਡਾ ਗੈਪ ਤੇ ਗੈਪ ਪੈ ਰਿਹਾ ਹੈ, ਫਿਰ ਤੁਹਾਨੂੰ ਜਿਹੜਾ ਹੈ ਵਰਕ ਪਰਮਿਟ ਜਾਂ ਫਿਰ PR ਬਾਰੇ ਸੋਚਣਾ ਜ਼ਰੂਰੀ ਹੋ ਜਾਂਦਾ ਹੈ, ਬਿਕੋਜ਼ ਜਿੰਨਾ ਤੁਸੀਂ ਡਿਲੇ ਕਰੋਗੇ ਪ੍ਰੋਫਾਈਲ ਉਹਨਾਂ ਜ਼ਿਆਦਾ ਜਿਹੜਾ ਹੈ ਖਰਾਬ ਹੁੰਦਾ ਜਾਂਦਾ ਹੈ। ਤੇ ਕਈ ਵਾਰੀ ਕੀ ਹੁੰਦਾ, ਸਟੂਡੈਂਟਸ ਹੁੰਦੇ ਹੈ, ਪਾਰਟ ਟਾਈਮ ਜੌਬ ਕਰ ਰਹੇ ਹੁੰਦੇ ਹੈ, ਤੇ ਉਹਨਾਂ ਨੂੰ ਆਇਲਸ ਕਰਨ ਦਾ ਇੰਨਾ ਟਾਈਮ ਨਹੀਂ ਮਿਲ ਪਾ ਰਿਹਾ, ਤੇ ਜਰਨਲ ਦੇ ਵਿੱਚ ਦੇ ਆਰ ਗੈਟਿੰਗ ਵੈਰੀ ਗੁੱਡ ਸਕੋਰ, ਤੇ ਨਾਲ ਦੇ ਨਾਲ ਜੌਬ ਵੀ ਚੱਲ ਰਹੀ ਹੈ, ਨਾਲ ਦੇ ਨਾਲ ਪੜ੍ਹਾਈ ਵੀ ਚੱਲਦੀ ਪਈ ਹੈ। ਇੱਦਾਂ ਦੇ ਬੱਚਿਆਂ ਲਈ ਇਹ ਬਹੁਤ ਹੀ ਸੁਨਹਿਰਾ ਮੌਕਾ ਹੈ, ਬਿਕੋਜ਼ ਜਦੋਂ ਅਸੀਂ ਇੱਕ ਸਟੂਡੈਂਟ ਵੀਜ਼ਾ ਤੇ ਅਪਲਾਈ ਕਰਦੇ ਹਾਂ, ਸਟੂਡੈਂਟ ਵੀਜ਼ਾ ਤੇ ਅਪਲਾਈ ਕਰਨ ਤੇ ਅਸੀਂ ਬਹੁਤ ਹੀ ਇੱਕ ਐਕਸਪੈਂਸਿਵ ਫੀਸ ਪੇ ਕਰਦੇ ਹਾਂ, ਤੇ ਉਸ ਤੋਂ ਬਾਅਦ ਵੀ ਸਾਨੂੰ ਇੱਕ ਟਾਰਗੇਟ ਹੁੰਦਾ ਹੈ ਕਿ ਇਹ ਸਟੱਡੀ ਆਪਾਂ 2 ਸਾਲ ਅਸੀਂ ਪੇ ਕਰਕੇ ਸਟੱਡੀ ਵੀ ਕਰਨੀ ਹੈ, ਨਾਲ ਕੰਮ ਵੀ ਕਰਨਾ ਹੈ, ਆਪਣੇ ਖਰਚੇ ਵੀ ਕੱਢਣੇ ਹੈ, ਤੇ ਆਪਾਂ ਪਾਸ ਵੀ ਹੋਣਾ ਹੈ। ਤੇ ਇਹ ਉਸ ਤੋਂ ਬਾਅਦ ਤੁਹਾਨੂੰ ਓਪਨ ਵਰਕ ਪਰਮਿਟ ਮਿਲਦਾ ਹੈ। ਓਪਨ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਰੈਲੇਵੈਂਟ ਜੌਬ ਕਰਨੀ ਹੁੰਦੀ ਹੈ, ਉਸ ਤੋਂ ਬਾਅਦ ਹੀ ਤੁਸੀਂ PR ਲਈ ਕੁਆਲੀਫਾਈ ਕਰਦੇ ਹੋ। ਬਟ ਦਿਸ ਇਜ਼ ਕਾਈਂਡ ਆਫ ਸ਼ਾਰਟਕਟ ਪ੍ਰੋਗਰਾਮ ਕਿ ਤੁਹਾਨੂੰ ਪਹਿਲਾਂ ਹੀ ਡਾਇਰੈਕਟਲੀ ਯੂ ਆਰ ਕੁਆਲੀਫਾਈਂਗ ਫॉर ਵਰਕ ਪਰਮਿਟ ਐਂਡ ਦੈਨ ਯੂ ਕੈਨ ਗੈਟ PR। ਜੀ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਰਵਿੰਦਰ ਬੋਲ ਰਿਹਾ ਜੀ, ਮੈਂ ਸੰਗਰੂਰ ਤੋਂ। ਹਾਂਜੀ ਰਵਿੰਦਰ ਜੀ, ਸਵਾਲ ਕੀ ਹੈ? ਹਾਂਜੀ, ਪਲੱਸ 2 ਕੀਤੀ ਹੋਈ ਹੈ ਜੀ, ਤੇ HM ਕੀਤੀ ਹੋਈ ਹੈ ਮੈਂ, ਔਰ HM ਤੋਂ ਬਾਅਦ 2015 ਪਾਸ ਆਊਟ ਹੈ ਜੀ, ਔਰ ਉਸ ਤੋਂ ਬਾਅਦ 5 ਸਾਲ ਦਾ ਐਕਸਪੀਰੀਅੰਸ ਹੈ ਜੀ। ਓਕੇ, ਹਾਂਜੀ, ਔਰ ਜਰਨਲ ਆਇਲਸ ਕੀਤੀ ਹੈ ਜੀ, 5.5 ਬੈਂਡ ਹੈ। ਦਿਸ ਇਜ਼ ਵੈਰੀ ਗੁੱਡ ਪ੍ਰੋਫਾਈਲ ਫॉर ਅਸ, ਬਿਕੋਜ਼ ਕੈਨੇਡਾ ਦੇ ਵਿੱਚ ਆਲਵੇਜ਼ ਹਸਪਿਟੈਲਿਟੀ ਦੇ ਜਿਹੜੇ ਕੈਂਡੀਡੇਟਸ ਆ ਉਹਨਾਂ ਦੀ ਬਹੁਤ ਸ਼ਾਰਟੇਜ ਰਹਿੰਦੀ ਹੈ, ਐਂਡ ਵੀ ਆਰ ਆਲਸੋ ਹੈਵਿੰਗ ਆਪਸ਼ਨਸ ਫॉर ਹਸਪਿਟੈਲਿਟੀ ਸਟੂਡੈਂਟ ਐਪਲੀਕੈਂਟਸ ਜਿਨ੍ਹਾਂ ਦੇ ਆਲਰੇਡੀ ਇੱਥੇ ਐਕਸਪੀਰੀਅੰਸ ਵੀ ਹੋ ਚੁੱਕਿਆ ਹੈ, ਸਟੱਡੀ ਵੀ ਉਹਨਾਂ ਨੇ ਕੀਤੀ ਹੈ, ਬਿਕੋਜ਼ ਉੱਥੇ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਨੇ। ਬਿਕੋਜ਼ ਜਿਹੜਾ ਜਿਵੇਂ ਆਪਾਂ ਗੱਲ ਇੱਕ ਕਾਮਨ ਜੀ ਗੱਲ ਕਰੀਏ, ਆਪਾਂ ਕੈਨੇਡਾ ਵਿਜ਼ਿਟ ਕਰਦੇ ਹਾਂ, ਫੋਰਨ ਕੰਟਰੀ ਵਿਜ਼ਿਟ ਕਰਦੇ ਹਾਂ, ਉੱਥੇ ਦੇ ਜਿਹੜੇ ਲੋਕੀ ਨੇ ਉਹ ਘਰ ਦੇ ਵਿੱਚ ਕੁਕਿੰਗ 'ਤੇ ਬਿਲਕੁਲ ਵੀ ਡਿਪੈਂਡ ਨਹੀਂ ਹੁੰਦੇ। ਉਹਨਾਂ ਦਾ ਇੱਕ ਪੂਰਾ
ਲਾਈਫ ਸਟਾਈਲ ਜਿਹੜਾ ਹੈ ਉਹ ਬਣਿਆ ਹੁੰਦਾ ਹੈ ਕਿ ਬਾਹਰੋਂ ਹੀ ਖਾਣਾ ਖਾਣਾ ਹੈ, ਬਾਹਰੋਂ ਹੀ ਆਪਾਂ ਆਪਣੇ ਕੰਮ ਤੇ ਚਲੇ ਜਾਣਾ ਹੈ, ਤੇ ਇਹਦੇ ਲਈ ਉੱਥੇ ਕੈਫੇ, ਉੱਥੇ ਜਿਹਨੇ ਰੈਸਟੋਰੈਂਟ ਹੈ ਬਹੁਤ ਜ਼ਿਆਦਾ ਚੱਲਦੇ ਨੇ, ਤੇ ਦੈਟਸ ਵਾਈ ਹਸਪਿਟੈਲਿਟੀ ਜਿਹੜੀ ਫੀਲਡ ਹੈ ਆਲਵੇਜ਼ ਡਿਮਾਂਡ ਦੇ ਵਿੱਚ ਰਹਿੰਦੀ ਹੈ। ਤੇ ਬਿਲਕੁਲ ਇਹਨਾਂ ਦੇ ਲਈ ਸਾਡੇ ਕੋਲ ਬਹੁਤ ਸਾਰੇ ਪ੍ਰੋਵਿੰਸਸ ਦੇ ਵਿੱਚ ਆਪਸ਼ਨ ਹੈ ਜਿੱਥੇ ਆਪਣੀ PR ਜਿਹੜੀ ਹੈ ਉਹ ਲੈ ਸਕਦੇ ਨੇ। ਜੀ, ਤੁਸੀਂ ਗੱਲ ਪ੍ਰੋਵਿੰਸ ਦੀ ਕੀਤੀ ਹੈ ਤਾਂ ਪ੍ਰੋਵਿੰਸ ਨੂੰ ਲੈ ਕੇ ਕਿੰਨਾ ਕੁ ਚੂਜ਼ੀ ਹੋਣਾ ਚਾਹੀਦਾ ਹੈ ਕਿਸੇ ਨੂੰ ਵੀ, ਕਿ ਕਿੰਨਾ ਕੁ ਸੌਖਾ ਕਿਸੇ ਪ੍ਰੋਵਿੰਸ ਨੂੰ ਲੈ ਕੇ ਰਹਿੰਦਾ? ਰਾਈਟ ਮੈਮ, ਬਟ ਜਿੰਨਾ ਜ਼ਿਆਦਾ ਤੁਸੀਂ ਕਿਸੇ ਪੋਸ਼ ਪ੍ਰੋਵਿੰਸ ਨੂੰ ਚੂਜ਼ ਕਰੋ, ਬੇਸਿਕਲੀ ਜਿਵੇਂ ਇੱਕ ਸਟੂਡੈਂਟ ਦੀ ਗੱਲ ਕਰਦੇ ਹਾਂ, ਬਟ ਹਰ ਬੱਚਾ ਕਹਿੰਦਾ ਸਾਨੂੰ ਓਨਟਾਰੀਓ ਭੇਜ ਦਿਓ, ਸਾਨੂੰ ਬਰੈਂਪਟਨ ਭੇਜ ਦਿਓ, ਬਟ ਬਰੈਂਪਟਨ ਦੇ ਵਿੱਚ ਜਾਂ ਕਿਸੇ ਪਰਟੀਕੂਲਰ ਜੇ ਤੁਸੀਂ ਇਹ ਡਿਮਾਂਡ ਰੱਖਦੇ ਹੋ ਕਿ ਇਸ ਪ੍ਰੋਵਿੰਸ ਦੇ ਵਿੱਚ ਹੀ ਜਾਣਾ ਹੈ, ਜਿੰਨਾ ਜ਼ਿਆਦਾ ਪੋਸ਼ ਪ੍ਰੋਵਿੰਸ ਹੋਏਗਾ ਕੰਪੀਟੀਸ਼ਨ ਲੈਵਲ ਉਨਾ ਜ਼ਿਆਦਾ ਹੋਏਗਾ। ਉਸ ਦੇ ਬੇਸਿਸ ਤੇ ਤੁਹਾਡਾ ਆਇਲ ਸਕੋਰ ਉਨਾ ਵਧੀਆ ਹੋਣਾ ਜ਼ਰੂਰੀ ਹੈ, ਤੁਹਾਡਾ ਐਕਸਪੀਰੀਅੰਸ ਉਨਾ ਜ਼ਿਆਦਾ ਜ਼ਰੂਰੀ ਹੈ, ਬਿਕੋਜ਼ ਯੂ ਕੈਨ ਗੈਟ ਇੰਟਰਵਿਊ ਫਰੋਮ ਐਮਬੈਸੀ ਐਂਡ ਯੂ ਕੈਨ ਗੈਟ ਇੰਟਰਵਿਊ ਫਰੋਮ ਯੋਰ ਸਪਾਂਸਰ ਆਲਸੋ। ਜੇ ਤੁਸੀਂ ਇੰਨਾ ਕੌਨਫੀਡੈਂਸ ਰੱਖਦੇ ਹੋ ਕਿ ਤੁਸੀਂ ਉਸ ਲੈਵਲ ਤੇ ਜਿਹੜਾ ਹੈ ਕੰਪੀਟ ਕਰ ਸਕਦੇ ਹੋ, ਫਿਰ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਵੀ ਵਿਲ ਗਿਵ ਯੂ ਦੀ ਆਪਸ਼ਨ ਕਿਹੜੇ ਪ੍ਰੋਵਿੰਸਿਸ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੈ, ਤੁਸੀਂ ਉਸ ਬੇਸਿਸ ਤੇ ਉਸ ਪ੍ਰੋਵਿੰਸ ਨੂੰ ਚੂਜ਼ ਕਰਕੇ ਜਿਹੜੀ ਆਪਣੀ ਫਾਈਲ ਹੈ ਉਹਨੂੰ ਲਵਾ ਸਕਦੇ ਹੋ। ਜੀ, ਅਗਲੇ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਂ ਸੁਖਚਰਨ ਬੋਲ ਰਿਹਾ ਜੀ, ਮੁਕਤਸਰ ਤੋਂ। ਜੀ, ਕੀ ਸਵਾਲ ਹੈ? ਮੈਂ ਨਾ ਜੀ ਐਕਚੁਅਲੀ ਡਿਪਲੋਮਾ ਕਰਿਆ ਹੋਇਆ ਮਕੈਨੀਕਲ ਦਾ। ਓਕੇ ਜੀ ਮੇਰੇ ਨਾਲ ਬਹੁਤ ਮੇਰਾ ਵੀ ਪਲਾਨ ਕਰ ਰਹੇ ਜੀ, ਉਹਦਾ ਕੋਈ ਹੈਗਾ ਪ੍ਰੋਗਰਾਮ? ਜੀ ਹਾਂਜੀ ਬਿਲਕੁਲ, ਐਲਬਰਟਾ ਦੇ ਵਿੱਚ ਵੀ ਗॉट ਸਮ ਸਪਾਂਸਰਸ ਆਲਸੋ, ਜਿਹਦੇ ਵਿੱਚ ਉਹਨਾਂ ਨੂੰ ਜੈਨੂਇਨਲੀ ਜਿਹੜੇ ਮਕੈਨਿਕਸ ਸੀਗੇ ਰਿਕੁਆਇਰਡ ਸੀਗੇ, ਬਟ ਉਹਦੇ ਲਈ ਤੁਹਾਡਾ ਉਸ ਲੈਵਲ ਦਾ ਜਿਹੜਾ ਪ੍ਰੋਫਾਈਲ ਹੈ ਉਹ ਹੋਣਾ ਬਹੁਤ ਮੈਂਡੇਟਰੀ ਹੁੰਦਾ ਹੈ, ਬਿਕੋਜ਼ ਸਮ ਟਾਈਮ ਉੱਥੋਂ ਵੈਕੈਂਸੀਜ਼ ਬਹੁਤ ਓਪਨ ਹੁੰਦੀ ਹੈ, ਉੱਥੇ ਕੰਮ ਬਹੁਤ ਓਪਨ ਹੁੰਦਾ ਹੈ, ਬਟ ਰੈਲੇਵੈਂਸੀ ਜਿਹੜੀ ਹੈ ਉਹ ਬਿਲਕੁਲ ਨਹੀਂ ਹੋ ਪਾਉਂਦੀ। ਇੱਥੇ ਜਿਹੜੇ ਸਾਡਾ ਕੰਮ ਕਰਨ ਦਾ ਤਰੀਕਾ ਹੈ ਉਹ ਥੋੜ੍ਹਾ ਡਿਫਰੈਂਟ ਹੁੰਦਾ ਹੈ, ਬਟ ਵੀ ਕੈਨ ਅਰੇਂਜ ਯੋਰ ਪ੍ਰੋਫਾਈਲ ਅਸੈਸਮੈਂਟ ਆਲਸੋ। ਜੇ ਤੁਸੀਂ ਕੁਆਲੀਫਾਈ ਕਰਦੇ ਹੋ ਵੀ ਕੈਨ ਆਲਸੋ ਅਪਲਾਈ ਫॉर ਐਲਬਰਟਾ, ਬਟ ਜੇ ਤੁਸੀਂ 6 ਸਕੋਰ ਕਰੋਗੇ ਤਾਂ ਤੁਸੀਂ ਡਾਇਰੈਕਟਲੀ PR ਦੇ ਲਈ ਆਪਣੀ ਫਾਈਲ ਲਾ ਸਕਦੇ ਹੋ, ਪਰ ਜੇ ਤੁਹਾਡਾ ਸਕੋਰ ਉਸ ਤੋਂ ਥੱਲੇ ਜਾਂਦਾ ਹੈ ਫਿਰ ਤੁਹਾਨੂੰ ਪਹਿਲਾਂ ਇੱਥੇ ਜਿਹੜਾ ਹੈ ਵਰਕ ਪਰਮਿਟ ਦੇ ਬੇਸਿਸ ਤੇ ਹੀ ਤੁਸੀਂ ਆਪਣੀ ਜਿਹੜੀ ਫਾਈਲ ਹੈ ਉਹਨੂੰ ਲਾ ਸਕਦੇ ਹੋ। ਜੀ ਬਿਲਕੁਲ, ਤੇ ਇੱਥੇ ਮੈਂ ਜ਼ਰੂਰ ਫੀਲਡਸ ਬਾਰੇ ਵੀ ਜਾਣਨਾ ਚਾਹਾਂਗੀ, ਕਿਹੜੀ ਕੀ ਕੋਈ ਖਾਸ ਫੀਲਡਸ ਰਹਿੰਦੀਆਂ ਨੇ ਜਿੱਥੇ ਅਪਲਾਈ ਕਰੀਏ ਜਿਸ ਦੇ ਵਿੱਚ ਤੇ ਆਸਾਨੀ ਨਾਲ PR ਹੋ ਸਕਦੀ ਹੈ? ਮੈਮ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਦੇਖੋ ਕੰਮ ਕਰਦੇ ਹੋਏ ਸਾਨੂੰ ਵੀ ਬਹੁਤ ਸਾਲ ਹੋ ਚੁੱਕੇ ਨੇ, ਸਕਸੈਸ ਰੇਟ ਆ ਰਿਹਾ ਹੈ ਤੇ ਬਹੁਤ ਸਾਰੀ ਚੀਜ਼ਾਂ ਜਿਹੜੀ ਆਪਾਂ ਨੂੰ ਸਿੱਖਣ ਨੂੰ ਮਿਲ ਰਹੀ ਹੈ, ਤੇ ਜ਼ਿਆਦਾ ਆਪਾਂ ਜਿਹੜਾ ਦੇਖਦੇ ਹਾਂ ਨਰਸਿਸ ਦੇ ਪ੍ਰੋਫਾਈਲ ਬਹੁਤ ਆਉਂਦੇ ਆ, ਟੀਚਰਸ ਦੇ ਪ੍ਰੋਫਾਈਲ ਬਹੁਤ ਜ਼ਿਆਦਾ, ਬਿਕੋਜ਼ ਫੀਮੇਲ ਜਿਹੜੀ ਸਾਡੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੈਫਰ ਕਰਦੇ ਕਿ ਜੀ ਇੱਕ ਟੀਚਰ ਦੀ ਜਿਹੜੀ ਜੌਬ ਹੈ ਸਭ ਤੋਂ ਜ਼ਿਆਦਾ ਕੰਫਰਟੇਬਲ ਹੁੰਦੀ ਹੈ, ਐਂਡ ਵੀ ਆਰ ਆਲਸੋ ਗੈਟਿੰਗ ਆਪਸ਼ਨ ਐਂਡ ਪ੍ਰੋਫਾਈਲਸ ਫॉर ਟੀਚਰ ਪ੍ਰੋਫਾਈਲ, ਬਿਕੋਜ਼ ਜਦੋਂ ਇੱਕ ਫੈਮਿਲੀ ਦੇ ਵਿੱਚ ਬੰਦਾ ਕੰਮ ਕਰਦਾ ਹੈ, ਕੁੜੀਆਂ ਜਿਹੜੀ ਹੁੰਦੀ ਹੈ ਉਹ ਟੀਚਰ ਦੇ ਪ੍ਰੋਫਾਈਲ ਦੇ ਵਿੱਚ ਸਭ ਤੋਂ ਜ਼ਿਆਦਾ ਕੁਆਲੀਫਾਈ ਕਰਦੀਆਂ। ਇਸ ਤੋਂ ਇਲਾਵਾ ਕੇਅਰ ਟੇਕਰ ਦੇ ਪ੍ਰੋਫਾਈਲ ਸਾਡੇ ਕੋਲ ਹੈਗੇ ਹੈ, ਇਸ ਤੋਂ ਇਲਾਵਾ ਸਾਡੇ ਕੋਲ ਸ਼ੈਫ ਹਸਪਿਟੈਲਿਟੀ ਤੋਂ ਰਿਲੇਟਡ ਅਨਲਿਮਿਟਡ ਕੰਮ ਜਿਹੜਾ ਹੈ ਬਹੁਤ ਜ਼ਿਆਦਾ ਆ ਰਿਹਾ ਹੈ ਸਾਡੇ ਕੋਲ। ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਜਿਵੇਂ ਇੰਜੀਨੀਅਰਸ ਹੁੰਦੇ ਆ, ਟੈਕ ਪਾਇਲਟ ਪ੍ਰੋਗਰਾਮ ਦੇ ਵਿੱਚ ਸੌਫਟਵੇਅਰ ਇੰਜੀਨੀਅਰ ਹੋ ਗਏ, ਹਾਰਡਵੇਅਰ ਇੰਜੀਨੀਅਰ ਹੋ ਗਏ, ਇਸ ਤੋਂ ਇਲਾਵਾ ਮਕੈਨੀਕਲ ਹੋ ਗਏ, ਸਿਵਲ ਇੰਜੀਨੀਅਰ ਹੋ ਗਏ, ਬਹੁਤ ਸਾਰੇ ਜਿਹੜੀ ਕੈਟੇਗਰੀਜ਼ ਹੈ ਦੇ ਆਰ ਓਪਨ, ਐਂਡ ਵੀ ਜਸਟ ਨੀਡ ਟੂ ਚੈੱਕ ਕਿ ਅਸੀਂ ਕਿੱਥੇ ਕੁਆਲੀਫਾਈ ਕਰ ਰਹੇ ਹਾਂ, ਕਿੰਨੇ ਸਾਡੇ ਪੁਆਇੰਟਸ ਬਣੇ, ਕਿਵੇਂ ਸਾਡਾ ਜਿਹੜਾ ਪ੍ਰੋਫਾਈਲ ਹੈ ਉਹ ਡਰਾਅ ਦੇ ਵਿੱਚ ਆ ਸਕਦਾ ਹੈ। ਇਹ ਸਾਰੀਆਂ ਗੱਲਾਂ ਨੂੰ ਆਪਾਂ ਨੂੰ ਧਿਆਨ ਰੱਖਦੇ ਹੋਏ ਆਪਣੀ ਜਿਹੜੀ ਫਾਈਲ ਹੈ ਉਹਨੂੰ ਲਾਉਣਾ ਚਾਹੀਦਾ ਹੈ। ਜੀ ਬਿਲਕੁਲ, ਸੋ ਜ਼ਰੂਰ ਕਹਿਣਾ ਚਾਹੂੰਗੀ ਤੁਹਾਡਾ ਆਪਣਾ ਕੋਈ ਸਵਾਲ ਹੈ ਸ਼ੋਅ ਦੇ ਦੌਰਾਨ, ਸ਼ੋਅ ਤੋਂ ਬਾਅਦ ਵੀ ਜਿਹੜਾ ਨੰਬਰ ਡਿਸਪਲੇ ਕੀਤਾ ਹੋਇਆ ਸਕਰੀਨ ਦੇ ਉੱਪਰ ਤੁਸੀਂ ਕਾਲ ਕਰੋ ਤੇ ਗੋ ਵੀਜ਼ਾ ਐਜੂਕੇਸ਼ਨ ਕੰਸਲਟੈਂਟ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਜ਼ਰੂਰ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣੀ ਹੈ, ਇਹਨਾਂ ਦੇ ਆਫਿਸ ਆ ਕੇ ਮਿਲਣਾ ਚਾਹੁੰਦੇ ਹੋ ਤਾਂ ਸੈਕਟਰ 82 ਮੋਹਾਲੀ ਵਿੱਚ ਇਹਨਾਂ ਦਾ ਆਫਿਸ ਹੈ। ਟਾਈਮਲੀ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾ ਕੇ ਸਹੀ ਆਪਸ਼ਨਸ ਨਾਲ ਤੁਸੀਂ ਅੱਗੇ ਜ਼ਰੂਰ ਵਧ ਸਕਦੇ ਹੋ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਹਾਂਜੀ ਹੈਲੋ, ਆਈ ਥਿੰਕ ਨੈਟਵਰਕ ਏਰੀਆ ਵਿੱਚ ਨਹੀਂ ਨੇ ਹੋ, ਤਾਂ ਮੈਂ ਜ਼ਰੂਰ ਦਰਸ਼ਕਾਂ ਨੂੰ ਕਹਿਣਾ ਚਾਹੂੰਗੀ ਜਦੋਂ ਵੀ ਤੁਸੀਂ ਕਾਲ ਮਿਲਾਉਂਦੇ ਹੋ ਨੈਟਵਰਕ ਏਰੀਆ ਵਿੱਚ ਆ ਕੇ ਹੀ ਕਾਲ ਕਰੋ ਤਾਂ ਕਿ ਤੁਹਾਡੀ ਆਵਾਜ਼ ਸਾਨੂੰ ਪੂਰੀ ਕਲੈਰਿਟੀ ਨਾਲ ਆ ਸਕੇ। ਤੇ ਚਲੋ ਆਪਾਂ ਕੈਨੇਡਾ PR ਨੂੰ ਲੈ ਕੇ ਕਈ ਗੱਲਾਂ ਕਲੀਅਰ ਕੀਤੀਆਂ, ਆਈ ਹੋਪ ਜਿੰਨੇ ਵੀ ਦਰਸ਼ਕਾਂ ਦੇ ਸਵਾਲ ਸੀ ਉਹ ਕਲੀਅਰ ਜ਼ਰੂਰ ਹੋ ਚੁੱਕੇ ਨੇ। ਕੈਨੇਡਾ ਸਟੱਡੀ ਵੀਜ਼ਾ ਦੀ ਵੀ ਹੁਣ ਗੱਲ ਆਪਾਂ ਕਰ ਲਈਏ।
ਕੀ ਲੱਗਦਾ ਹੈ ਕਿ ਹੁਣ ਜੁਲਾਈ ਇਨਟੇਕ ਲਈ ਕੁਝ ਆਪਸ਼ਨਸ ਹੈ ਜਾਂ ਫਿਰ ਸੈਪਟੈਂਬਰ ਇਨਟੇਕ ਤੇ ਹੀ ਤੁਸੀਂ ਫੋਕਸ ਕਰਦੇ ਹੋ? ਮੈਮ ਜੁਲਾਈ ਇਨਟੇਕ ਇਜ਼ ਆਲਰੇਡੀ ਗੋਇੰਗ ਔਨ ਜੀ। ਐਂਡ ਸੈਪਟੈਂਬਰ ਵੀ ਚੱਲ ਰਿਹਾ ਹੈ, ਜਿਨ੍ਹਾਂ ਦੀ ਆਫਰ ਲੈਟਰ ਜਿਹੜੀ ਹੈ ਸੈਪਟੈਂਬਰ ਦੇ ਲਈ ਇਸ਼ੂ ਹੋਈ ਹੋਈ ਹੈ, ਉਹਨਾਂ ਦੀ ਫਾਈਲਿੰਗ ਚੱਲਦੀ ਪਈ ਹੈ, ਫਾਈਲਿੰਗ ਪ੍ਰੋਸੈਸ ਚੱਲਦਾ ਪਿਆ ਹੈ। ਐਡਮਿਸ਼ਨਸ ਵੀ ਆਰ ਆਲਸੋ ਪ੍ਰੋਵਾਈਡਿੰਗ, ਬਟ ਮੋਸਟਲੀ ਜਿੰਨੇ ਵੀ ਰੈਪੂਟੇਡ ਕਾਲਜ ਹੁੰਦੇ ਉਹਨਾਂ ਦੇ ਜਿਹੜੇ ਇਨਟੇਕ ਹੈ ਉਹ ਸੈਪਟੈਂਬਰ ਦੇ ਵਿੱਚ ਫੁੱਲ ਹੋ ਚੁੱਕੇ ਨੇ ਤੇ ਲੈਫਟ ਰਹਿ ਗਈਆਂ ਨੇ ਬਹੁਤ ਹੀ ਘੱਟ ਸੀਟਾਂ। ਤੇ ਜੇ ਤੁਸੀਂ ਬਿਲਕੁਲ ਸੀਰੀਅਸ ਹੋ ਆਪਣੇ ਪ੍ਰੋਫਾਈਲ ਨੂੰ ਲੈ ਕੇ, ਆਪਣੀ ਜਿਹੜੀ ਆਫਰ ਲੈਟਰ ਹੈ ਬਹੁਤ ਛੇਤੀ ਆਪਣੀ ਅਪਲਾਈ ਕਰੋ ਤੇ ਆਪਣੀ ਲੈ ਕੇ ਆਪਣੀ ਜਿਹੜੀ ਫਾਈਲ ਹੈ ਉਹਦੇ ਬਾਕੀ ਦੇ ਡਾਕੂਮੈਂਟ ਜਿਹੜੇ ਆ ਇਕੱਠੇ ਕਰਕੇ ਆਪਣਾ ਵੀਜ਼ਾ ਜ਼ਰੂਰ ਲਵਾਓ। ਠੀਕ ਹੈ, ਬਿਲਕੁਲ। ਤੇ ਰਿਫਿਊਜ਼ਲ ਕੇਸਿਸ ਬਾਰੇ ਵੀ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ। ਤੇ ਰਿਫਿਊਜ਼ਲ ਕੇਸਿਸ ਲਈ ਕਿਸ ਤਰ੍ਹਾਂ ਦਾ ਕੰਮ, ਹੋਰ ਡਾਕੂਮੈਂਟਸ ਦਾ ਕੰਮ ਕਰਨਾ ਪੈਂਦਾ ਤਾਂ ਕਿ ਪਹਿਲਾਂ ਰਿਫਿਊਜ਼ਲ ਫੇਸ ਕਰ ਚੁੱਕਿਆ ਸਟੂਡੈਂਟ ਫਾਈਨਲੀ ਆਪਣਾ ਵੀਜ਼ਾ ਲੈ ਸਕੇ? ਬਿਲਕੁਲ ਮੈਮ, ਜਿਵੇਂ ਰਿਫਿਊਜ਼ਲ ਸਟੂਡੈਂਟਸ ਦਾ ਬੇਸਿਕਲੀ ਆਲਵੇਜ਼ ਇੱਕ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ ਕਿ ਕਿਸ ਬੇਸਿਸ ਤੇ ਉਹਨਾਂ ਦੀ ਰਿਫਿਊਜ਼ਲ ਆਈ ਹੈ, ਪਹਿਲਾਂ ਉਹਨੂੰ ਧਿਆਨ ਰੱਖਣਾ ਬਹੁਤ ਇੰਪੋਰਟੈਂਟ ਹੈ। ਸੈਕੰਡ, ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗੀ, ਜਦੋਂ ਵੀ ਅਸੀਂ ਕੈਨੇਡਾ ਦੀ ਫਾਈਲ ਅਪਲਾਈ ਕਰਦੇ ਹਾਂ ਆਲਵੇਜ਼ ਟੇਕ ਅ ਰਿਪਰੈਜ਼ੈਂਟੇਟਿਵ ਜੋ ਕਿ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਹੋਣ, ਜਿਵੇਂ CICC ਮੈਂਬਰਸ ਹੁੰਦੇ ਆ, ਉਹਨਾਂ ਤੋਂ ਆਪਣੀ ਫਾਈਲ ਜ਼ਰੂਰ ਲਵਾਓ ਬਿਕੋਜ਼ ਦੇ ਹੈਵ ਡਿਫਰੈਂਟ ਪੋਰਟਲ ਟੂ ਅਪਲੋਡ ਯੂਰ ਫਾਈਲ। ਉਹਦੇ ਵਿੱਚ ਤੁਹਾਡੀ ਜਿਹੜੀ ਫਾਈਲ ਹੈ ਉਹਦੇ 'ਤੇ ਜ਼ਿਆਦਾ ਖਾਸ ਇਫੈਕਟ ਜਿਹੜਾ ਪੈਂਦਾ ਹੈ ਤੇ ਡਾਇਰੈਕਟ ਫਾਈਲ ਅਪਲਾਈ ਕਰਨ ਨਾਲ ਜਿਹੜਾ ਸਕਸੈਸ ਰੇਟ ਹੈ ਉਹ ਪਹਿਲਾਂ ਹੀ ਘਟ ਜਾਂਦਾ ਹੈ। ਜੇ 1-2 ਪੁਆਇੰਟ ਫਾਈਲ ਦੇ ਵਿੱਚ ਹੁੰਦਾ ਹੈ, ਮੰਨ ਲਓ ਬੱਚੇ ਦਾ ਸਕੋਰ ਡਾਊਨ ਹੈ, ਗੈਪ ਹੈ ਜਾਂ ਕੁਝ ਵੀ ਇੱਦਾਂ ਦੀ ਗੱਲ ਹੈ, ਉਹਦੇ ਵਿੱਚ ਬੱਚੇ ਨੂੰ ਪਰੇਸ਼ਾਨੀ ਆਉਂਦੀ ਹੈ, ਉਹਦੇ ਵਿੱਚ ਰਿਫਿਊਜ਼ਲ ਆਉਣ ਦੇ ਚਾਂਸ ਵੀ ਰਹਿੰਦੇ ਹੈ ਤੇ ਬੱਚੇ ਦੀ ਕੋਰਸ ਰੈਲੇਵੈਂਸੀ ਹੋਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜੀ ਬਿਲਕੁਲ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਜੀ ਅਸ਼ਮੀਤ ਗੱਲ ਕਰ ਰਹੀ ਹਾਂ ਮੈਂ ਪਟਿਆਲੇ ਤੋਂ। ਹਾਂਜੀ, ਕੀ ਸਵਾਲ ਹੈ? ਜੀ ਮੈਂ ਬੀਕਾਮ ਪਾਸ ਕੀਤੀ ਹੈ 2021 ਚ। ਠੀਕ ਹੈ, ਜੀ ਮੈਂ PR ਲਈ ਅਪਲਾਈ ਕਰਨਾ ਚਾਹੁੰਦੀ ਹਾਂ। ਜਨਰਲ ਵਿੱਚ ਮੇਰੇ 5.5 ਬੈਂਡ ਹੈ। ਓਕੇ। ਹਾਂਜੀ ਬਿਲਕੁਲ ਮੈਮ, ਦੇਖੋ ਜਿਵੇਂ ਬੈਚਲਰ ਡਿਗਰੀ ਤੁਸੀਂ ਕੀਤੀ ਹੈ, ਡਿਗਰੀ ਤੋਂ ਬਾਅਦ ਜਦੋਂ ਆਪਾਂ ਐਕਸਪਲੋਰ ਕਰਦੇ ਹਾਂ ਵੀ ਨੀਡ ਮਿਨੀਮਮ 6 ਬੈਂਡ ਓਵਰਆਲ। ਇਹ ਮੋਡਿਊਲ ਈਚ ਦਾ ਕੋਈ ਇਹਦੇ 'ਚ ਪ੍ਰੋਬਲਮ ਨਹੀਂ ਹੁੰਦਾ, ਬਟ ਡਿਗਰੀ ਹੋਲਡਰ ਲਈ 6 ਈਚ ਹੋਣਾ, 6 ਓਵਰਆਲ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕੋਜ਼ ਜਦੋਂ ਅਸੀਂ ਤੁਹਾਡੀ ਪ੍ਰੋਫਾਈਲ ਨੂੰ ਰਿਪਰੈਜ਼ੈਂਟ ਕਰਦੇ ਹਾਂ, ਇੱਕ ਗ੍ਰੈਜੂਏਟ ਬੱਚੇ ਦਾ ਜਿਹੜਾ ਪ੍ਰੋਫਾਈਲ ਹੁੰਦਾ ਹੈ ਉਹ ਬਹੁਤ ਹੀ ਸਟਰੋਂਗ ਕਾਊਂਟ ਹੁੰਦਾ ਹੈ ਤੇ ਆਲਰੇਡੀ ਯੂ ਹੈਵ ਐਕਸਪੀਰੀਅੰਸ ਐਜ਼ ਐਨ ਅਕਾਊਂਟੈਂਟ। ਤੇ ਕੈਨੇਡਾ ਦੇ ਵਿੱਚ ਬੁੱਕ ਕੀਪਰਸ ਦੀ ਡਿਮਾਂਡ ਹਮੇਸ਼ਾ ਹਰ ਇੱਕ ਪ੍ਰੋਵਿੰਸ ਦੇ ਵਿੱਚ ਰਹਿੰਦੀ ਹੈ ਤੇ ਤੁਸੀਂ ਬੁੱਕ ਕੀਪਰ ਦੇ ਬੇਸਿਸ ਤੇ ਜੇ ਤੁਸੀਂ 6 ਈਚ ਲੈਂਦੇ ਹੋ ਤਾਂ ਵੀ ਕੈਨ ਆਲਸੋ ਪ੍ਰੋਵਾਈਡ ਯੂ ਐਲਬਰਟਾ ਪ੍ਰੋਵਿੰਸ, ਬਟ ਜੇ ਤੁਹਾਡਾ ਸਕੋਰ 5.5 ਈਚ ਹੀ ਰਹਿੰਦਾ ਫਿਰ ਤੁਸੀਂ ਐਟਲੈਂਟਿਕ AIPP ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕੋਈ ਹੋਰ ਪ੍ਰੋਵਿੰਸ ਲੱਭ ਰਹੇ ਹੋ, ਸਾਡੇ ਕੋਲ BC ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਬਹੁਤ ਸਾਰੀ ਆਪਸ਼ਨਸ ਅਵੇਲੇਬਲ ਨੇ। ਤੁਸੀਂ ਇੱਕ ਵਾਰੀ ਆਫਿਸ ਜ਼ਰੂਰ ਵਿਜ਼ਿਟ ਕਰੋ, ਅਸੀਂ ਤੁਹਾਡਾ ਪ੍ਰੋਫਾਈਲ ਪ੍ਰੋਪਰ ਅਸੈਸ ਕਰਕੇ ਤੁਹਾਡਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦੇਵਾਂਗੇ। ਜੀ ਬਿਲਕੁਲ। ਤੇ ਕਿਉਂਕਿ ਦੇਖੋ ਸਟੂਡੈਂਟਸ ਨੂੰ ਦੇਰੀ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ, ਸੋ ਤਾਂ ਕਿ ਟਾਈਮਲੀ ਤੁਹਾਡਾ ਪ੍ਰੋਸੈਸ ਕੰਪਲੀਟ ਹੋ ਸਕੇ। ਤੇ ਮੈਂ ਇੱਥੇ ਗੱਲ, ਜਦੋਂ ਤੁਸੀਂ ਆਪਾਂ ਇੱਕ ਮੋਡਿਊਲ 'ਚ 5.5 ਦੀ ਗੱਲ ਕਰਦੇ ਹਾਂ ਜਾਂ ਫਿਰ PT ਵਾਲਿਆਂ ਦੇ ਤਾਂ ਲਗਾਤਾਰ ਸਵਾਲ ਰਹਿੰਦੇ ਹੀ ਨੇ। ਸੋ ਹਾਲਾਂਕਿ ਅਸੀਂ ਟਾਈਮਲੀ ਸ਼ੋਜ਼ ਦੇ ਜ਼ਰੀਏ PT ਵਾਲੇ ਸਟੂਡੈਂਟਸ ਨੂੰ ਕਲੀਅਰ ਕਰਦੇ ਰਹਿੰਦੇ, ਪਰ ਫਿਰ ਵੀ ਤੁਹਾਡੇ ਤੋਂ ਜਾਣਨਾ ਚਾਹੂੰਗੀ, ਅਗਰ ਆਪਾਂ ਸਕਸੈਸ ਰੇਟ ਦੀ ਰੇਸ਼ੋ ਦੇਖਣੀ ਚਾਹੀਏ ਤਾਂ PT ਦੇ ਨਾਲ ਕਿੰਨਾ ਕੁ ਚੰਗਾ ਰਿਜ਼ਲਟ ਦਿਖ ਪਾ ਰਿਹਾ? ਜੇ ਮੈਮ ਅਸੀਂ PT ਦੀ ਫਾਈਲ ਨੂੰ ਰਿਪਰੈਜ਼ੈਂਟ ਕਰਦੇ ਹਾਂ, ਸਾਨੂੰ ਜਿਹੜੀ ਹੈ ਨੌਨ SDIS ਕੈਟੇਗਰੀ ਜਿਹੜੀ ਹੈ ਉਹ ਚੂਜ਼ ਕਰਨੀ ਪੈਂਦੀ ਹੈ, ਬਟ ਸਕੋਰ ਉਹਦੇ 'ਚ ਵੀ ਮੈਂਡੇਟਰੀ ਹੈ ਕਿ ਵਧੀਆ ਸਕੋਰ ਬੱਚੇ ਦਾ ਹੋਣਾ ਚਾਹੀਦਾ ਹੈ ਤੇ ਬਹੁਤ ਹੀ ਲਿਮਿਟਿਡ ਆਪਸ਼ਨਸ ਜਿਹੜੀ ਹੈ ਕੋਰਸਿਸ ਦੀ, ਕਾਲਜਸ ਦੀ ਰਹਿ ਜਾਂਦੀ ਹੈ ਬੱਚੇ ਲਈ। ਬਟ ਬਹੁਤ ਸਾਰੇ ਜਿਹੜੇ ਕਾਲਜ ਹੈ ਉਹ ਐਕਸੈਪਟ ਵੀ ਕਰ ਰਹੇ ਨੇ ਤੇ ਬਟ ਲਿਮਿਟਿਡ ਐਕਸੈਸ ਜਿਹੜਾ ਹੈ ਕਿ 8 ਤੋਂ 10 ਜਿਹੜੇ ਕਾਲਜ ਹੈ ਦੇ ਕੈਨ ਪ੍ਰੋਵਾਈਡ ਯੂ ਆਫਰ ਲੈਟਰ, ਦੇ ਕੈਨ ਪ੍ਰੋਵਾਈਡ ਯੂ ਐਡਮਿਸ਼ਨਸ ਤੇ ਉਹਦੇ ਵਿੱਚ ਤੁਸੀਂ ਆਪਣੀ ਫਾਈਲ ਨੂੰ ਰਿਪਰੈਜ਼ੈਂਟ ਕਰਕੇ ਆਪਣਾ ਵੀਜ਼ਾ ਲੈ ਸਕਦੇ ਹੋ। PT ਨੂੰ ਲੈ ਕੇ ਹੋਰ ਕੋਈ ਪ੍ਰੋਬਲਮ ਨਹੀਂ ਹੈ, ਸਿਰਫ ਸਾਡੇ ਕੋਲ ਐਕਸੈਸ ਲਿਮਿਟਿਡ ਹੋ ਜਾਂਦਾ ਹੈ। ਜੀ ਬਿਲਕੁਲ। ਚਲੋ ਆਪਾਂ UK ਦੀ ਵੀ ਹੁਣ ਗੱਲ ਕਰ ਲਈਏ। ਸੈਪਟੈਂਬਰ ਇਨਟੇਕ ਹੈ, ਹਾਲਾਂਕਿ ਨਾਲ ਦੇ ਨਾਲ ਇਹਨੂੰ ਬਹੁਤ ਸਾਰੀ ਚਰਚਾਵਾਂ ਜਾਂ ਰਿਊਮਰਸ ਕਹੀਏ ਕਿ ਆਉਣ ਵਾਲੇ ਟਾਈਮ ਵਿੱਚ ਰੂਲਸ ਚੇਂਜ ਹੋ ਸਕਦੇ ਨੇ, ਸੋ ਇਸ ਦੇ ਉੱਪਰ ਤੁਸੀਂ ਕੀ ਕਹੋਗੇ ਔਰ ਸੈਪਟੈਂਬਰ ਇਨਟੇਕ ਦੇ ਲਈ ਸਟੂਡੈਂਟ ਕਿਸ ਤਰ੍ਹਾਂ ਨਾਲ ਤਿਆਰੀ ਰੱਖਣ? ਚਲੋ ਤਾਂ ਇਸ ਸਵਾਲ ਦਾ ਜਵਾਬ ਇਸ ਕਾਲ ਤੋਂ ਬਾਅਦ ਲੈਂਦੇ ਹਾਂ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੈਮ ਮੇਰਾ ਨਾਮ ਮਨਸੁਖ ਹੈਗਾ, ਮੈਂ ਬਰਨਾਲੇ ਤੋਂ ਗੱਲ ਕਰ ਰਿਹਾ ਮੈਡਮ ਜੀ। ਕੀ ਸਵਾਲ ਹੈ ਤੁਹਾਡਾ? ਮੈਂ ਕੈਨੇਡਾ ਮੈਡਮ ਸੈਟਲ ਹੋਣਾ ਚਾਹੁੰਦਾ ਹਾਂ। ਠੀਕ ਹੈ। ਜਨਰਲ ਆਈਲੈਟਸ ਦੇ ਵਿੱਚੋਂ ਜਨਰਲ ਆਈਲੈਟਸ ਕੀਤੀ ਹੋਈ ਹੈ ਔਰ ਮੇਰੇ 5 ਬੈਂਡ ਨੇ। ਠੀਕ ਹੈ। ਤੁਸੀਂ ਮੈਨੂੰ ਗਾਈਡ ਕਰ ਸਕਦੇ ਹੋ ਕਿ ਮੇਰੇ ਵਾਸਤੇ ਕੀ ਵਧੀਆ ਰਹੂਗਾ? ਜੀ 5 ਬੈਂਡ ਦੇ ਨਾਲ ਵੀ ਕੈਨ ਐਕਸਪਲੋਰ ਐਟਲੈਂਟਿਕ ਪ੍ਰੋਵਿੰਸਿਸ, ਬਟ ਤੁਹਾਡਾ ਕੀ ਪ੍ਰੋਫਾਈਲ ਹੈ, ਕੀ ਤੁਸੀਂ ਐਕਸਪੀਰੀਅੰਸ ਤੁਹਾਡੇ ਕੋਲ ਅਵੇਲੇਬਲ ਹੈ,
ਕਿ ਕਿੰਨੀ ਕੁਆਲੀਫਿਕੇਸ਼ਨ ਤੁਸੀਂ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਬਿਕੋਜ਼ ਇਸ ਦੇ ਬੇਸਿਸ ਤੇ ਹੀ ਸਾਨੂੰ ਜਿਹੜਾ ਕਨਫਰਮ ਹੈ ਕ੍ਰਾਈਟੇਰੀਆ ਕਨਫਰਮ ਹੋਏਗਾ ਕਿ ਕਿਸ ਬੇਸਿਸ ਤੇ ਅਸੀਂ ਜਿਹੜੀ ਤੁਹਾਡੀ ਫਾਈਲ ਹੈ ਉਹ ਰਿਪਰੈਜ਼ੈਂਟ ਕਰ ਸਕਦੇ ਹਾਂ। ਬਟ ਬਿਲਕੁਲ ਤੁਸੀਂ ਅਪਲਾਈ ਕਰ ਸਕਦੇ ਹੋ, 5 ਬੈਂਡ ਦੇ ਲਈ ਵੀ ਦੇ ਨਾਲ ਵੀ ਅਪਲਾਈ ਕਰ ਸਕਦੇ ਹੋ। ਜੀ ਬਿਲਕੁਲ। ਸੋ ਦੇਖੋ ਇੱਥੇ ਅਸੀਂ ਥੋੜਾ ਜਿਹਾ ਇੱਕ ਅੰਦਾਜ਼ੇ ਦੇ ਨਾਲ ਹੀ ਮੈਮ ਤੁਹਾਨੂੰ ਗਾਈਡ ਕਰ ਸਕਦੇ ਨੇ, ਪਰ ਪੂਰੀ ਤਰ੍ਹਾਂ ਨਾਲ ਸਹੀ ਚੀਜ਼ਾਂ ਸਮਝਣ ਲਈ ਤੁਹਾਨੂੰ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਤਾਂ ਕਿ ਤੁਸੀਂ ਸਹੀ ਚੀਜ਼ਾਂ ਦੇ ਉੱਪਰ ਚੱਲਦੇ ਹੋਏ ਬਿਨਾਂ ਆਪਣਾ ਟਾਈਮ ਵੇਸਟ ਕੀਤਿਆਂ ਜੋ ਹੈ ਅੱਗੇ ਵੱਧ ਸਕੋ। ਤੇ ਮੈਂ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰ ਰਹੀ ਸੀ, ਕੀ ਕਹੋਗੇ, ਕੁਝ ਰੂਲਸ ਚੇਂਜ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ ਹਾਲੇ? ਮੈਮ ਜੇ ਯੂਕੇ ਦੀ ਗੱਲ ਕਰੀਏ, ਯੂਕੇ ਆਲਵੇਜ਼ ਹੀ ਅਨਐਕਸਪੈਕਟਡ ਜਿਹੜੇ ਹੈ ਉਹਨਾਂ ਨੂੰ ਲੈ ਕੇ ਆਉਂਦਾ ਹੈ, ਰੂਲਸ ਨੂੰ ਲੈ ਕੇ ਆਉਂਦਾ ਹੈ। ਬਟ ਹੁਣੇ ਵੀ ਜਿਹੜੀ PR ਦੀ ਆਪਸ਼ਨ ਆਫਟਰ 2021 ਦੇ ਹੈਵ ਓਪਨਡ, ਬਟ ਸਕਾਈਪ ਇੰਟਰਵਿਊ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕਿ ਯੂਨੀਵਰਸਿਟੀਜ਼ ਕੀ ਕਰ ਰਹੀ ਹੈ ਕਿ ਜਦੋਂ ਆਫਰ ਲੈਟਰ ਦੇ ਦਿੰਦੀ ਹੈ ਉਸ ਤੋਂ ਬਾਅਦ ਬੱਚੇ ਨੂੰ ਸਕਾਈਪ ਇੰਟਰਵਿਊ ਲਈ ਬੁਲਾਉਂਦੀ ਹੈ, ਤੇ ਇਟ ਵਿਲ ਬੀ ਅ ਵੈਰੀ ਡਿਫਿਕਲਟ ਟਾਸਕ ਫॉर ਅ ਸਟੂਡੈਂਟ, ਬਿਕੋਜ਼ ਬੱਚੇ ਬਹੁਤ ਫੰਬਲ ਫੀਲ ਕਰਦੇ ਆ। ਬਟ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ, ਉਹ ਤੁਹਾਡਾ ਸਿਰਫ ਪ੍ਰੋਫਾਈਲ ਜਾਣਨਾ ਚਾਹੁੰਦੇ ਆ ਕਿ ਤੁਸੀਂ ਜੈਨੂਇਨਲੀ ਇੰਟਰਸਟਿਡ ਹੋ ਯੂਨੀਵਰਸਿਟੀ ਦੇ ਵਿੱਚ ਆ ਕੇ ਪੜ੍ਹਨ ਲਈ ਕਿ ਨਹੀਂ। ਜੀ ਚਲੋ, ਬਹੁਤ ਵਧੀਆ ਲੱਗਿਆ ਕਿ ਤੁਸੀਂ ਅੱਜ ਕੈਨੇਡਾ PR ਸਟੱਡੀ ਵੀਜ਼ਾ ਦੇ ਨਾਲ ਨਾਲ UK ਸਟੱਡੀ ਵੀਜ਼ਾ ਨੂੰ ਲੈ ਕੇ ਵੀ ਬਹੁਤ ਚੀਜ਼ਾਂ ਕਲੀਅਰ ਕੀਤੀਆਂ। ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੇ ਕੋਈ ਸਵਾਲ ਹੈ ਤਾਂ ਸ਼ੋਅ ਤੋਂ ਬਾਅਦ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਹੋਰ ਜਾਣਕਾਰੀ ਜ਼ਰੂਰ ਲੈ ਸਕਦੇ ਹੋ। ਬਹੁਤ ਬਹੁਤ ਥੈਂਕਸ ਤੁਹਾਡਾ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।